ਸਾਥੀਆਂ ਨੂੰ ਮੇਰੇ ਵੱਲੋਂ ਬੜੇ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਿਛਲੇ ਕੁਝ ਦਿਨਾਂ ਤੋਂ ਸਮਝ ਰਿਹਾ ਸੀ ਕਿ ਕੁਝ ਬੇਸਿਕ ਚੀਜ਼ਾਂ ਨੇ ਗੁਰਬਾਣੀ ਵਿਆਕਰਣ ਦੀਆਂ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ, ਜਿਹਦੇ ਵਿੱਚ ਕੁਝ ਸਵਾਲ ਪਿੱਛੇ ਵੀ ਆਏ ਸਨ, ਜਿਵੇਂ ਸੰਬੰਧਕ ਬਾਰੇ ਕੁਝ ਵੀਰਾਂ ਨੇ ਪੁੱਛਿਆ ਸੀ, ਤੇ ਮੈਂ ਸੋਚਦਾ ਵੀ ਕੁਝ ਸਵਾਲ ਜਿਹੜੇ ਨੇ ਉਹਨਾਂ ਦੇ ਕਿਉਂ ਨਾ ਥੋੜਾ ਬੇਸ ਤੋਂ ਲੈ ਕੇ ਥੋੜਾ ਚੱਲਿਆ ਜਾਵੇ। ਜਿਵੇਂ ਸੰਬੰਧਕਾਂ ਦੇ ਵਿੱਚ ਸਿਰਫ ਸੰਬੰਧਕ ਹੀ ਨਹੀਂ ਹੁੰਦੇ, ਸੰਬੰਧਕਾਂ ਤੋਂ ਅੱਗੇ ਫਿਰ ਪੜਨਾਉ ਹੁੰਦੇ ਨੇ, ਪੜਨਾਉ ਤੋਂ ਅੱਗੇ ਫਿਰ ਉਹਨਾਂ ਦੇ ਕੁਝ ਯੋਜਕ ਕੰਜੰਕਸ਼ਨ ਹੁੰਦੇ ਨੇ, ਜਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਅੱਗੋਂ ਆਦਰਵਾਚੀ ਸ਼ਬਦ ਆਣੇ ਨੇ, ਹੋਰ ਬਹੁਤ ਕੁਛ ਆਣਾ ਹੈਗਾ। ਤੇ ਮੈਂ ਸੋਚਦਾ ਵੀ ਚਲੋ ਇੱਕ ਸੀਰੀਅਲ ਵਾਈਜ਼ ਜਿਵੇਂ ਅੱਜ ਅਸੀਂ ਸਿਰਫ ਸੰਬੰਧਕਾਂ ਦੇ ਉੱਪਰ ਗੱਲ ਕਰ ਲਈਏ, ਲਿਮਿਟਡ ਟਾਈਮ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ 3 ਨਿਯਮ ਸਮਝਾਵਾਂ, ਤੇ ਤਿੰਨੇ ਨਿਯਮ ਕਿਵੇਂ ਯਾਦ ਰਹਿਣਗੇ। ਤੇ ਮੇਰੀ ਇੱਕ ਆਦਤ ਹੈ, ਮੈਂ ਕਹਾਣੀ ਪੇਸ਼ ਕਰ ਦਿੰਦਾ ਵਾਂ, ਕਹਾਣੀ ਯਾਦ ਰਹਿ ਜਾਂਦੀ ਹੈ, ਕਹਾਣੀ ਦੇ ਨਾਲ ਸਾਨੂੰ ਨਿਯਮ ਵੀ ਯਾਦ ਰਹਿ ਜਾਂਦੇ ਨੇ। ਹਾਂਜੀ, ਸੰਬੰਧਕ ਕਿਹੜੇ ਹੁੰਦੇ ਨੇ, ਸੰਬੰਧਕ ਸ਼ਬਦ ਕਿਹਨੂੰ ਕਹਿੰਦੇ ਨੇ, ਪਹਿਲਾਂ ਥੋੜਾ ਜਿਹਾ ਅਸੀਂ ਇਹਦੇ ਬਾਰੇ ਵਿਚਾਰ ਕਰ ਲਈਏ। ਜਿਹੜੇ ਵੀ ਸ਼ਬਦ ਨਾਉ ਜਾਂ ਪੜਨਾਉ ਦਾ ਸੰਬੰਧ ਕਿਰਿਆ ਨਾਲ ਦੱਸਦੇ ਨੇ, ਜੇ ਇੱਕ ਮਿੰਟ ਲਈ ਇਹਨੂੰ ਹਜੇ ਹਟਾ ਦਿਓ, ਇਹ ਬਾਅਦ ਚ ਕਰ ਲਾਂਗੇ ਆਪਾਂ। ਹਾਂਜੀ, ਜਿਹੜੇ ਸ਼ਬਦ ਨਾਉ ਜਾਂ ਪੜਨਾਉ ਦਾ ਸੰਬੰਧ ਕਿਰਿਆ ਜਾਂ ਕਿਸੇ ਹੋਰ ਸ਼ਬਦ ਨਾਲ ਪ੍ਰਗਟ ਕਰਨ, ਉਹਨੂੰ ਕਹਿੰਦੇ ਨੇ ਸੰਬੰਧ। ਕਿਵੇਂ? ਮੈਂ ਕਹਿੰਦਾ ਵਾਂ ਹਰੀ ਘਰ, ਹੁਣ 2 ਸ਼ਬਦ ਨੇ, ਗੱਲ ਬਣੀ ਨਹੀਂ, ਹਰੀ ਘਰ। ਹੁਣ ਇਹਨਾਂ ਨੂੰ ਜੋੜੇਗਾ ਕੌਣ? ਇਹਨਾਂ ਨੂੰ ਜੋੜੇਗਾ ਸੰਬੰਧਕ, ਇਹਨਾਂ ਦਾ ਸੰਬੰਧ ਬਣਾਏਗਾ। ਹਰੀ ਦਾ ਘਰ, ਦਾ ਕੀ ਹੋਇਆ? ਸੰਬੰਧਕ, ਪ੍ਰੈਪੋਜੀਸ਼ਨ, ਜਿਹਨੇ ਹਰੀ ਤੇ ਘਰ ਨੂੰ ਆਪਸ ਵਿੱਚ ਜੋੜ ਦਿੱਤਾ। ਮੈਂ ਕਹਿੰਦਾ ਜੱਗ ਪਾਣੀ, ਗੱਲ ਬਣੀ ਨਹੀਂ, ਇਹਨਾਂ ਨੂੰ ਕੌਣ ਆਪਸ ਵਿੱਚ ਜੋੜੇਗਾ? ਜੱਗ ਵਿੱਚ ਪਾਣੀ, ਵਿੱਚ ਨੇ ਜੱਗ ਤੇ ਪਾਣੀ ਦਾ ਸੰਬੰਧ ਬਣਾ ਦਿੱਤਾ, ਵਿੱਚ ਸੰਬੰਧਕ ਹੈ, ਜੱਗ ਵਿੱਚ ਪਾਣੀ। ਮੈਂ ਕਹਿੰਦਾ ਵਾਂ ਮੇਜ਼ ਗਿਲਾਸ, ਗੱਲ ਬਣੀ ਨਹੀਂ, ਹੁਣ ਇਹਦਾ ਸੰਬੰਧ ਮੈਂ ਕਿਵੇਂ ਜੋੜਾਂਗਾ? ਮੇਜ਼ ਉੱਤੇ ਗਿਲਾਸ, ਉੱਤੇ ਨੇ ਮੇਜ਼ ਤੇ ਗਿਲਾਸ ਦਾ ਸੰਬੰਧ ਬਣਾ ਦਿੱਤਾ, ਉੱਤੇ ਜਿਹੜਾ ਉਹ ਸੰਬੰਧਕ ਸ਼ਬਦ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਆਉਂਦੇ ਨੇ, ਜਿਵੇਂ ਅਸੀਂ ਕਿਹਾ ਸੀ ਉੱਤੇ, ਵਿੱਚ, ਦਾ, ਏਦਾਂ ਗੁਰਬਾਣੀ ਜਾਂਦੇ ਨੇ, ਦਾ, ਦੇ, ਦੀ, ਕਾ, ਕੇ, ਕੀ, ਨੂੰ, ਕੋਲ, ਉੱਤੇ, ਵਿੱਚ, ਪਾਸ, ਭੀਤਰ, ਮਝਾਰ, ਅੰਦਰ, ਬਾਹਰ, ਹੇਠ, ਉੱਪਰ, ਸੰਗ, ਭੀਤਰ, ਮਝਾਰ, ਅੰਤਰ, ਮਾਹੇ, ਸਾਥ, ਤੁਲ, ਬਰਾਬਰ, ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ। ਤੇ ਮੈਂ ਅੱਜ ਦੀ ਕਲਾਸ ਦੇ ਵਿੱਚ ਇਹ ਜਿੰਨੇ ਵੀ ਸੰਬੰਧਕ ਗੁਰਬਾਣੀ ਚਾਹੇ ਨੇ, ਮੈਂ ਸਾਰੇ ਹੀ ਇੱਥੇ ਸੂਚੀ ਪੇਸ਼ ਕਰਾਂਗਾ, ਔਰ ਕਈ ਮਹੀਨੇ ਲਗਾ ਕੇ ਮੈਂ ਉਹ ਸੂਚੀ ਤਿਆਰ ਕੀਤੀ ਹੈ। 20 ਕਿਸਮਾਂ ਦੇ ਉਹ ਸੰਬੰਧਕ ਗੁਰਬਾਣੀ ਵਿੱਚ ਆਏ ਨੇ, ਜਿਨ੍ਹਾਂ ਵਿੱਚੋਂ ਇੱਕ ਕਿਸਮ ਦੇ ਅੱਗੋਂ ਕਈ ਸੰਬੰਧਕ ਹੈਗੇ ਨੇ, ਵੱਖ-ਵੱਖ ਰੂਪਾਂ ਚ ਆਏ ਹੋਏ, ਔਰ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਲਗਭਗ 240 ਤੋਂ ਜ਼ਿਆਦਾ ਇਹ ਮੈਂ ਸੰਬੰਧਕ ਇਕੱਠੇ ਕੀਤੇ ਨੇ। ਸੂਚੀ ਮੈਂ ਰੱਖਾਂਗਾ, ਆਪ ਸਕਰੀਨਸ਼ਾਟ ਲੈ ਲਿਓ, ਜਾਂ ਮੈਂ ਕਹਿ ਦੇਵਾਂਗਾ ਕਿ ਆਪ ਇਹਨਾਂ ਨੂੰ ਗਰੁੱਪ ਦੇ ਵਿੱਚ ਵੀ ਪਾ ਦਿੱਤਾ ਜਾਏਗਾ, ਤੇ ਜਿਵੇਂ ਆਪ ਜੀ ਨੂੰ ਇਹਨਾਂ ਨੂੰ ਠੀਕ ਲੱਗੇ, ਮੇਰੇ ਵੱਲੋਂ ਖੁੱਲੀ ਛੁੱਟੀ ਹੈ, ਭਾਵੇਂ ਗਰੁੱਪ ਦੇ ਵਿੱਚ ਵੀ ਪਾ ਦੇਣਾ। ਉਹ ਸੂਚੀ ਨੂੰ ਯਾਦ ਕਰ ਲਿਓ, ਰੱਟ ਲਿਓ ਵੀ ਇਹ ਜਿਹੜੇ ਸ਼ਬਦ ਨੇ ਆ ਸੰਬੰਧਕ ਨੇ। ਜਦੋਂ ਆ ਸੰਬੰਧਕ ਆਣਗੇ, ਉਦੋਂ 3 ਨਿਯਮ ਸਾਹਮਣੇ ਆਣਗੇ, ਜਿਹੜੇ ਅਸੀਂ ਅੱਜ ਕਰਨੇ ਨੇ। 3 ਨਿਯਮ। 3 ਨਿਯਮ ਕੀ ਨੇ? ਮੈਂ ਹੁਣ 3 ਛੋਟੀਆਂ ਕਹਾਣੀਆਂ ਸੁਣਾਵਾਂਗਾ ਤਾਂ ਕਿ 3 ਨਿਯਮ ਸਮਝ ਆ ਜਾਣ। ਮੈਂ ਆਪਣੇ ਆਫਿਸ ਦੇ ਵਿੱਚ ਬੈਠਾ ਹੋਇਆ, ਆਪਣੀ ਗੁੱਟ ਵਾਲੀ ਘੜੀ, ਰਿਸਟ ਵਾਚ ਜਿਹੜੀ ਹੈ, ਉਹ ਮੈਂ ਲਾ ਕੇ ਟੇਬਲ ਦੇ ਉੱਪਰ ਰੱਖ ਦਿੱਤੀ। ਇੰਨੇ ਨੂੰ ਇੱਕ ਆਦਮੀ ਮੈਨੂੰ ਮਿਲਣ ਵਾਸਤੇ ਆਇਆ। ਮੈਂ ਉਹਦਾ ਸਵਾਗਤ ਕੀਤਾ, ਉਹਨੂੰ ਪਾਣੀ ਪਿਲਾਇਆ, ਉਹਨੂੰ ਚਾਹ ਪਿਲਾਈ, ਅਸੀਂ ਬੈਠ ਕੇ ਘੰਟਾ 2 ਘੰਟੇ ਵਿਚਾਰਾਂ ਵੀ ਕੀਤੀਆਂ। ਫਿਰ ਉਹ ਆਦਮੀ ਮੇਰੇ ਕਮਰੇ 'ਚ ਉੱਠ ਕੇ ਚਲਾ ਗਿਆ। ਜਦੋਂ ਮੈਂ ਆਪਣੇ ਟੇਬਲ ਦੇ ਉੱਪਰ ਦੇਖਿਆ ਤੇ ਘੜੀ ਗਾਇਬ ਸੀ। ਮੈਂ ਆਫਿਸ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਘੜੀ ਨੂੰ ਲੱਭਿਆ ਵੀ ਸ਼ਾਇਦ ਕਿਤੇ ਮੈਂ ਰੱਖ ਦਿੱਤੀ ਹੋਵੇ, ਮੈਂ ਰੱਖ ਕੇ ਭੁੱਲ ਗਿਆ ਹਾਂ, ਘੜੀ ਮਿਲੀ ਨਹੀਂ। ਫਿਰ ਮੈਂ ਆਪਣਾ ਕੈਮਰਾ ਚੈੱਕ ਕੀਤਾ, ਆਫਿਸ ਦਾ ਕੈਮਰਾ ਚੈੱਕ ਕਰਕੇ ਕੀ ਦੇਖਿਆ ਕਿ ਉਹ ਆਦਮੀ ਮੇਰੀ ਘੜੀ ਚੁੱਕ ਰਿਹਾ ਸੀ, ਚੁੱਕ ਕੇ ਉਹਨੇ ਜੇਬ 'ਚ ਪਾਈ ਤੇ ਚਲਾ ਗਿਆ। ਹੁਣ ਮੈਨੂੰ ਪਤਾ ਵੀ ਉਹ ਚੋਰ ਹੈ, ਮੈਨੂੰ ਉਸ ਆਦਮੀ ਦੀ ਪਛਾਣ ਹੈ ਹੁਣ ਕਿ ਉਹਨੇ ਮੇਰੀ ਘੜੀ ਚੁੱਕ ਲਈ।
ਗੁਰਬਾਣੀ ਵਿੱਚ ਵੀ ਐਸੇ ਚੋਰ ਆਉਂਦੇ ਨੇ। ਮੈਂ ਇਹ ਦੱਸਦੀ ਹਾਂ, ਇਹ ਕਹਾਣੀ ਹੈ, ਸੱਚ ਨਾ ਮੰਨਿਓ। ਕਹਾਣੀ ਸਿਰਫ ਇਸ਼ਾਰਾ ਹੁੰਦੀ ਹੈ ਕਿਸੇ ਗੱਲ ਨੂੰ ਸਮਝਾਉਣ ਵਾਸਤੇ, ਗੱਲ ਨੂੰ ਈਜ਼ੀ ਸਮਝਣ ਵਾਸਤੇ ਸਾਨੂੰ ਇਹ ਕਹਾਣੀ ਘੜਨੀ ਪੈਂਦੀ ਹੈ। ਹੁਣ ਇਹ ਜਿਹੜਾ ਚੋਰ ਹੈਗਾ ਵੈ, ਇਸ ਚੋਰ ਨੇ ਚੋਰੀ ਕੀਤੀ, ਮੈਨੂੰ ਪਛਾਣ ਹੋ ਗਈ ਵੀ ਬੰਦਾ ਚੋਰ ਹੈ, ਇਹਨੇ ਮੇਰੀ ਘੜੀ ਚੁੱਕੀ ਹੈ, ਚੋਰ ਦੀ ਪਛਾਣ ਹੋ ਗਈ। ਜਾਂ ਮੰਨ ਲਓ ਇੱਕ ਕਾਊਂਟਰ ਲੱਗਿਆ, ਉਸ ਕਾਊਂਟਰ ਦੇ ਵਿੱਚ ਲਾਈਨ ਲੱਗੀ ਹੋਈ ਹੈ ਲੋਕਾਂ ਦੀ, ਔਰ ਲੋਕ ਕਾਊਂਟਰ ਦੇ ਸਾਹਮਣੇ ਲਾਈਨ ਲਗਾ ਕੇ ਖੜੇ ਨੇ। 1 ਨੰਬਰ ਆਦਮੀ, ਫਿਰ 2 ਨੰਬਰ ਆਦਮੀ, ਫਿਰ 3 ਨੰਬਰ ਆਦਮੀ, ਫਿਰ 4 ਨੰਬਰ ਆਦਮੀ, ਫਿਰ 5 ਨੰਬਰ ਆਦਮੀ। ਜਿਹੜਾ 3 ਨੰਬਰ ਆਦਮੀ ਉਹ ਚੋਰ ਹੈ। ਹੁਣ ਲਾਈਨ ਲੱਗੀ ਹੋਈ ਹੈ, 3 ਨੰਬਰ ਆਦਮੀ ਜਿਹੜਾ ਆਪਣੇ ਤੋਂ ਅਗਲੇ 2 ਨੰਬਰ ਦੀ ਚੋਰੀ ਕਰੇਗਾ ਜਾਂ ਆਪਣੇ ਤੋਂ ਪਿਛਲੇ 4 ਨੰਬਰ ਦੀ ਚੋਰੀ ਕਰੇਗਾ। ਹੁਣ ਪਿੱਛੇ ਹੱਥ ਪਾਏਗਾ, ਪਿਛਲਾ ਤੇ ਉਹਨੂੰ ਦੇਖ ਹੀ ਰਿਹਾ ਵੇ, ਤੇ ਫੜਿਆ ਜਾਏਗਾ ਚੋਰ। ਹਾਂ, ਉਸ ਤੋਂ ਅੱਗੇ ਵਾਲਾ ਉਹਨੂੰ ਨਹੀਂ ਦੇਖ ਰਿਹਾ ਕਿਉਂਕਿ ਉਹਦਾ ਮੂੰਹ ਅੱਗੇ ਨੂੰ ਹੈ, ਕਾਊਂਟਰ ਵੱਲ ਨੂੰ ਹੈ। ਇਸ ਕਰਕੇ 3 ਨੰਬਰ ਆਦਮੀ ਚੋਰ ਜਿਹੜਾ ਹੈ ਨਾ, ਉਹ 2 ਨੰਬਰ ਦੀ ਚੋਰੀ ਕਰੇਗਾ, ਆਪਣੇ ਤੋਂ ਪਹਿਲੇ ਦੀ ਚੋਰੀ ਕਰੇਗਾ, ਆਪਣੇ ਤੋਂ ਪਿਛਲੇ ਦੀ ਨਹੀਂ ਕਰ ਸਕਦਾ। ਗੁਰਬਾਣੀ ਦੇ ਵਿੱਚ ਜਿਹੜੇ ਸੰਬੰਧਕ ਆਉਂਦੇ ਨੇ, ਇਹਨਾਂ ਨੂੰ ਸਮਝਣ ਵਾਸਤੇ ਅਸੀਂ ਕਹਿ ਦਈਏ ਚੋਰ ਨੇ ਇਹ। ਤੇ ਇਹ ਚੋਰੀ ਸਿਰਫ ਇੱਕ ਚੀਜ਼ ਦੀ ਕਰਦੇ ਨੇ। ਆਮ ਤੇ ਦੁਨਿਆਵੀ ਚੋਰ ਹਰ ਚੀਜ਼ ਚੁੱਕ ਕੇ ਲੈ ਜਾਂਦੇ ਨੇ, ਪਰ ਇਹ ਬੜੇ ਇਮਾਨਦਾਰ ਚੋਰ ਨੇ। ਇਹ ਚੋਰੀ ਸਿਰਫ ਤੇ ਸਿਰਫ ਔਂਕੜ ਦੀ ਕਰਦੇ ਨੇ। ਔਂਕੜ, ਛੋਟੇ ਊ ਕੀ ਮਾਤਰਾ, ਸਿਰਫ ਔਂਕੜ ਦੀ, ਔਰ ਔਂਕੜ ਵੀ ਉਹਦੀ ਜਿਹੜਾ ਇੱਕ ਵਚਨ ਪੁਲਿੰਗ ਨਾਉਨ ਹੈ, ਸਿੰਗੂਲਰ ਮੈਸਕੁਲਿਨ ਨਾਉਨ, ਉਹਦੀ ਔਂਕੜ ਚੋਰੀ ਕਰ ਲੈਂਦੇ ਨੇ। ਇਹ ਪ੍ਰੈਪੋਜੀਸ਼ਨ, ਇਹ ਸੰਬੰਧਕ ਦੀ ਇੱਕੋ ਇੱਕ ਚੋਰੀ ਵਨ 10ਵੇਂ ਚੈਪਟਰ ਦਾ ਪਹਿਲਾ ਅਧਿਆਇ, ਪਹਿਲੇ 10ਵੇਂ ਅਧਿਆਇ ਦਾ ਪਹਿਲਾ ਭਾਗ। ਹਾਂਜੀ, ਹੁਣ ਇਹਦੇ ਵਿੱਚ ਦੇਖੋ, ਗੁਰਬਾਣੀ ਵਿੱਚ ਬਹੁਤ ਸਾਰੇ ਸੰਬੰਧਕੀ ਸ਼ਬਦ ਆਉਂਦੇ ਨੇ, ਦਾ, ਦੇ, ਦੀ, ਨੂੰ, ਨੋ ਆਦਿ। ਇਹਦੇ ਵਿੱਚ ਹੁਣ ਤੁਸੀਂ ਦੇਖੋ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਇਹਨੂੰ ਥੋੜਾ ਵੱਡਾ ਕਰ ਦਿਓ ਜੀ, ਸੈਂਟਰ ਅੱਧ ਚੋਂ ਉੱਪਰ ਕਰ ਦਿਓ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਹੁਣ ਗੁਰੂ ਹੈ ਸਾਡਾ ਇੱਕ, ਗੁਰੂ ਸਾਡੇ ਬਹੁਤੇ ਨਹੀਂ ਹਨ, ਗੁਰੂ ਤੇ ਸਾਡਾ ਇੱਕ ਹੈ। ਇਸ ਕਰਕੇ ਗੁਰ ਦੇ ਰਾਰੇ ਨੂੰ ਔਂਕੜ ਆਣੀ ਚਾਹੀਦੀ ਸੀ, ਕਿਉਂ ਨਹੀਂ ਜੀ ਆਈ? ਹੁਣ ਇੱਥੇ ਸੰਬੰਧਕ ਕਿਹੜਾ ਇਹਨਾਂ ਦੇ ਵਿੱਚ? ਇਹਨਾਂ ਵਿੱਚ ਸੰਬੰਧਕ ਹੈਗਾ ਕਾ। ਕਾ ਸੰਬੰਧਕ ਨੇ ਕੀ ਕੀਤਾ? ਗੁਰ ਦੇ ਰਾਰੇ ਦੀ ਔਂਕੜ ਚੋਰੀ ਕਰ ਲਈ। ਹੁਣ ਦਰਸ਼ਨ ਨੂੰ ਵੀ ਔਂਕੜ ਲੱਗੀ ਹੈ, ਗੁਰ ਨੂੰ ਵੀ ਚਾਹੀਦੀ ਸੀ, ਪਰ ਕਾ ਨੇ ਆਪਣੇ ਤੋਂ ਪਿਛਲੇ ਦੀ ਚੋਰੀ ਨਹੀਂ ਕੀਤੀ, ਆਪਣੇ ਤੋਂ ਅਗਲੇ ਦੀ ਚੋਰੀ ਕਰ ਲਈ। ਮਾਨੋ ਕਾਊਂਟਰ ਦੇ ਵਿੱਚ ਇਹ 6 ਜਣੇ ਖੜੇ ਨੇ, ਇੱਕ ਗੁਰ ਹੈ, ਦੂਜਾ ਕਾ ਹੈ, ਤੀਜਾ ਦਰਸ਼ਨ ਹੈ, ਚੌਥਾ ਦੇਖ ਹੈ, ਪੰਜਵਾਂ ਦੇਖ ਹੈ, ਛੇਵਾਂ ਜੀਵਾ। 6 ਜਣੇ ਖੜੇ ਨੇ ਕਾਊਂਟਰ ਦੇ ਸਾਹਮਣੇ। ਕਾਊਂਟਰ ਹੈ ਜਿਵੇਂ ਜਿਵੇਂ ਜਿਹੜਾ ਲਿਖਿਆ ਸਮਝ ਲਓ ਕਾਊਂਟਰ ਹੈ, ਸਾਰੇ ਦਾ ਮੂੰਹ ਕਾਊਂਟਰ ਵੱਲ ਹੈ। ਹੁਣ ਗੁਰੂ 1 ਨੰਬਰ ਹੈ, 2 ਨੰਬਰ ਚੋਰ ਹੈ ਕਾ। ਹੁਣ ਕਾ 2 ਨੰਬਰ ਚੋਰ 1 ਨੰਬਰ ਗੁਰੂ ਦੀ ਚੋਰੀ ਕਰੇਗਾ ਜਾਂ ਪਿੱਛੇ 3 ਨੰਬਰ ਦਰਸ਼ਨ ਦੀ ਚੋਰੀ ਕਰੇਗਾ? ਜੇ ਪਿੱਛੇ ਦੇਖੇਗਾ ਤੇ ਪਿਛਲੇ ਦੇ ਹਾਲ ਦੇਖ ਰਿਹਾ ਹੋ ਤੇ ਫਿਰ ਫੜ ਲੇਗਾ। ਗੁਰ ਦਾ ਮੂੰਹ ਕਿਉਂਕਿ ਜਿਵੇਂ ਕਾਊਂਟਰ ਵੱਲ ਹੈ, ਇਸ ਕਰਕੇ ਕਾ ਗੁਰ ਦੀ ਚੋਰੀ ਕਰੇਗਾ। ਕਾ ਨੇ ਕੀ ਕੀਤਾ? ਗੁਰ ਦੇ ਰਾਰੇ ਦੀ ਔਂਕੜ ਚੋਰੀ ਕਰ ਲਈ। ਇੱਥੇ ਗੁਰ ਦੇ ਰਾਰੇ ਨੂੰ ਔਂਕੜ ਕਿਉਂ ਨਹੀਂ ਆਈ? ਕਿਉਂਕਿ ਕਾ ਸੰਬੰਧਕ ਨੇ ਗੁਰ ਦੇ ਰਾਰੇ ਦੀ ਔਂਕੜ ਹਟਾ ਦਿੱਤੀ, ਖਾ ਲਈ। ਇਹਨੂੰ ਭੁੱਖ ਲੱਗੀ ਸੀ, ਇਹਨੇ ਖਾ ਲਈ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਹੁਣ ਗੁਰੂ ਇੱਕੋ ਹੀ ਹੈ, ਪਰ ਔਂਕੜ ਨਾ ਆਉਣ ਦਾ ਕਾਰਨ ਹੈ ਕਾ ਸੰਬੰਧਕ ਜਦੋਂ ਲੱਗ ਜਾਂਦਾ ਹੈ, ਉਦੋਂ ਨਾਉ ਇੱਕ ਵਚਨ ਪੁਲਿੰਗ ਦੀ ਔਂਕੜ ਲੱਥ ਜਾਂਦੀ ਹੈ। ਅਗਲੀ ਤੁਕ ਦੇਖੋ ਜੀ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹਦੇ ਵਿੱਚ 2 ਸੰਬੰਧਕ ਨੇ, 2 ਚੋਰ ਨੇ ਇਸ ਲਾਈਨ ਦੇ ਵਿੱਚ ਬੈਠੇ ਹੋਏ, ਇੱਕ ਕਾ ਹੈ ਤੇ ਦੂਜਾ ਤੇ। ਇਹ ਸੰਬੰਧਕ ਨੇ ਦੋਨੋਂ, ਇਹ ਦੋਨੋਂ ਪ੍ਰੈਪੋਜੀਸ਼ਨ ਨੇ। ਹੁਣ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਕਾ ਨੇ ਸਭ ਤੋਂ ਪਹਿਲਾਂ ਪ੍ਰਭ ਦੇ ਭੱਬੇ ਦੀ ਔਂਕੜ ਖਾ ਲਈ। ਇੱਥੇ ਮੈਂ ਇੱਕ ਗੱਲ ਦੱਸਦੀ ਹਾਂ, ਸਿਮਰਨ ਦੇ ਨੰਨੇ ਨੂੰ ਔਂਕੜ ਲੱਗਣੀ ਸੀ, ਉਹ ਮਿਸ ਪ੍ਰਿੰਟਿੰਗ ਹੋ ਗਈ ਟਾਈਪਿੰਗ ਦੀ, ਤੇ ਉਹ ਨਹੀਂ ਲੱਗੀ ਹੈਗੀ, ਤੇ ਇਹ ਲਗਾ ਲਿਓ ਜੀ। ਹੁਣ ਕਾਂ ਨੇ ਸਿਮਰਨ ਦੇ ਨੰਨੇ ਦੀ ਔਂਕੜ ਨਹੀਂ ਖਾਦੀ, ਪ੍ਰਭ ਦੇ ਭੱਬੇ ਦੀ ਔਂਕੜ ਖਾ ਲਈ। ਕਿਉਂ? ਕਿਉਂਕਿ ਪ੍ਰਭ ਇਸ ਤੋਂ ਅੱਗੇ ਸੀ, ਔਰ ਇਸ ਤੋਂ ਅੱਗੇ ਹੋਣ ਕਰਕੇ, ਇਸ ਤੋਂ ਅੱਗੇ ਹੋਣ ਕਰਕੇ ਠੀਕ ਹੈ ਬੇਟੇ, मैं क्लास लगा रही थी। शाबाश। उसकी है
ਸਿਮਰਨ ਦੇ ਨੰਨੇ ਨੂੰ ਔਂਕੜ ਹੈ, ਇੱਥੇ ਲਗਾ ਲਿਓ ਹਨਾ, ਕਿਉਂਕਿ ਮਿਸ ਪ੍ਰਿੰਟਿੰਗ ਹੋਊਗੀ ਥੋੜੀ ਜਿਹੀ, ਮੇਰੇ ਤੋਂ ਟਾਈਪਿੰਗ ਕਰਦੇ ਆ। ਸਿਮਰਨ ਕਾ ਨੇ ਸਿਮਰਨ ਦੇ ਨੰਨੇ ਦੀ ਔਂਕੜ ਨਹੀਂ ਖਾਦੀ, ਪ੍ਰਭ ਦੇ ਭੱਬੇ ਦੀ ਔਂਕੜ ਖਾ ਲਈ, ਕਿਉਂਕਿ ਪ੍ਰਭ ਅੱਗੇ ਸੀ, ਰੱਬ ਤੇ ਇੱਕੋ ਹੀ ਹੈ, ਰੱਬ ਬਹੁਤੇ ਨਹੀਂ ਹਨ। ਪਰ ਔਂਕੜ ਕਿਉਂ ਨਹੀਂ ਲੱਗੀ? ਕਿਉਂਕਿ ਕਾ ਨੇ ਪ੍ਰਭ ਦੇ ਭੱਬੇ ਦੀ ਔਂਕੜ ਖਤਮ ਕਰ ਦਿੱਤੀ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਹੁਣ ਸਭ ਦੇ ਭੱਬੇ ਨੂੰ ਔਂਕੜ ਆਣੀ ਚਾਹੀਦੀ ਸੀ। ਹੁਣ ਇੱਥੇ ਇੱਕ ਗੱਲ ਹੋਰ ਸਮਝ ਲਿਓ, ਕੁਝ ਲੋਕ ਕਹਿੰਦੇ ਨੇ ਵੀ ਸਭ ਜਿਹੜਾ ਨਾ ਇਹ ਬਹੁਵਚਨ ਹੈ। ਜ਼ਰੂਰੀ ਨਹੀਂ ਕਿ ਸਭ ਬਹੁਵਚਨ ਹੋਵੇ, ਸਭ ਇੱਕ ਵਚਨ ਵੀ ਹੋ ਸਕਦਾ ਹੈ। ਸਭ ਦੇਖਣ ਨੂੰ ਲੱਗਦਾ ਵੀ ਬਹੁਵਚਨ ਹੈ, ਪਲੂਰਲ ਹੈ, ਪਰ ਨਹੀਂ, ਜ਼ਰੂਰੀ ਨਹੀਂ ਪਲੂਰਲ ਹੋਵੇ, ਇਹ ਸਿੰਗੂਲਰ ਵੀ ਹੋ ਸਕਦਾ ਹੈ। ਮੈਂ ਉਦਾਹਰਨ ਦੇ ਦਿੰਦਾ, ਇੱਕ ਟੋਕਰੀ ਦੇ ਵਿੱਚ 10 ਅੰਬ ਪਏ ਨੇ, ਮੈਂ ਕਹਿੰਦਾ ਮੈਂ ਸਾਰੇ ਅੰਬ ਖਾ ਲਏ, ਸਾਰੇ ਲਫ਼ਜ਼ ਆ ਗਏ ਨਾ ਬਹੁਵਚਨ, ਮੈਂ ਸਾਰੇ ਅੰਬ ਖਾ ਲਏ। ਪਰ ਉਸ ਟੋਕਰੀ ਦੇ ਵਿੱਚ ਇੱਕੋ ਹੀ ਅੰਬ ਪਿਆ ਹੈ, ਮੈਂ ਕਹਿ ਦਿੱਤਾ ਮੈਂ ਸਾਰਾ ਅੰਬ ਖਾ ਲਿਆ। ਹੁਣ ਸਾਰਾ ਤੇ ਬਹੁਵਚਨ ਹੈ, ਪਰ ਆਇਆ ਇੱਕ ਵਾਸਤੇ ਹੈ ਨਾ, ਮੈਂ ਸਾਰਾ ਅੰਬ ਖਾ ਲਿਆ। ਮੈਂ ਸਾਰੇ ਸੇਬ ਖਾ ਲਏ, 10 ਸੇਬ ਪਏ ਸੀ, ਸਾਰੇ ਸੇਬ ਖਾ ਲਏ, ਸਮਝ ਆਉਂਦੀ ਵੀ ਬਹੁਵਚਨ ਹੈ ਸਾਰੇ, ਪਰ ਉੱਥੇ ਸੇਬ ਇੱਕੋ ਹੀ ਪਿਆ ਸੀ, ਮੈਂ ਕਹਿ ਦਿੱਤਾ ਮੈਂ ਸਾਰਾ ਸੇਬ ਖਾ ਲਿਆ। ਸਾਰਾ ਤੇ ਬਹੁਵਚਨ ਸੀ ਨਾ, ਹੁਣ ਇੱਥੇ ਇੱਕ ਵਚਨ ਲਈ ਵਰਤਿਆ ਗਿਆ ਸਾਰਾ। ਇਸ ਕਰਕੇ ਸਭ ਦੇ ਜਿੱਥੇ ਭੱਬੇ ਨੂੰ ਔਂਕੜ ਆ ਜਾਂਦੀ ਹੈ, ਉੱਥੇ ਇੱਕ ਵਚਨ ਸਭ ਦੀ ਗੱਲ ਹੈ, ਸਭ ਤੇ ਉੱਚਾ। ਜੇ ਬਹੁਤੇ ਹੁੰਦੇ ਫਿਰ ਸਭ ਤੇ ਉੱਚੇ ਆਣਾ ਸੀ, ਉੱਚੇ ਨਹੀਂ ਆਇਆ, ਉੱਚਾ ਆ ਗਿਆ। ਇੱਥੇ ਸਭ ਦੇ ਭੱਬੇ ਨੂੰ ਔਂਕੜ ਸੀ, ਪਰ ਤੇ ਸੰਬੰਧਕ ਨੇ ਸਭ ਦੇ ਭੱਬੇ ਦੀ ਔਂਕੜ ਖਤਮ ਕਰ ਦਿੱਤੀ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਕ। ਹੁਣ ਪਰਮੇਸ਼ਰ ਤੇ ਸਾਡਾ ਇੱਕ ਹੀ ਹੈ, ਰੱਬ ਤੇ ਜ਼ਿਆਦਾ ਨਹੀਂ ਹਨ, ਪਰ ਇੱਥੇ ਔਂਕੜ ਨਹੀਂ ਆਈ, ਕਿਉਂਕਿ ਨਾਉ ਇੱਕ ਵਚਨ ਪੁਲਿੰਗ ਦੀ ਔਂਕੜ ਲੱਥ ਜਾਏ ਤੇ ਉਹ ਬਹੁਵਚਨ ਬਣ ਜਾਂਦਾ ਵੈ, ਪਰ ਇਹ ਰੱਬ ਤੇ ਇੱਕੋ ਹੀ ਹੈ। ਤੇ ਸੰਬੰਧਕ ਨੇ ਪਰਮੇਸ਼ਰ ਦੇ ਰਾਰੇ ਦੀ ਔਂਕੜ ਖਤਮ ਕਰ ਦਿੱਤੀ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਕ। ਆਹ ਤਾਂ ਸੀ ਸਾਡਾ ਇੱਕ ਚੈਪਟਰ। ਇਸ ਤਰ੍ਹਾਂ ਦੇ ਤੁਸੀਂ ਹੋਰ ਬਹੁਤ ਸਾਰੇ ਪ੍ਰਮਾਣ ਗੁਰਬਾਣੀ ਵਿੱਚੋਂ ਦੇਖ ਸਕਦੇ ਹੋ। ਹੁਣ ਨਾਲ ਹੀ ਮੈਂ ਇਸ ਤੋਂ ਦੂਜੇ ਭਾਗ ਦੇ ਵਿੱਚ ਹੋਰ ਬਹੁਤ ਸਾਰੇ ਪ੍ਰਮਾਣ ਦਿੱਤੇ ਨੇ, ਤੁਸੀਂ ਉਹ ਵੀ ਦੇਖ ਲਓ। ਵੀ ਜੀ ਅਗਲਾ ਤੁਸੀਂ ਸਲਾਈਡ ਸ਼ੁਰੂ ਕਰ ਦਿਓ ਜੀ। ਭਾਗ ਦੂਜਾ, ਬਾਲਕ ਮਰੈ ਬਾਲਕ ਕੀ ਲੀਲਾ। ਹੁਣ ਦੋ ਥਾਵਾਂ ਤੇ ਬਾਲਕ ਆਇਆ, ਇੱਕ ਦੇ ਕੱਕੇ ਨੂੰ ਔਂਕੜ ਆਈ ਹੈ, ਇੱਕ ਦੇ ਕੱਕੇ ਨੂੰ ਔਂਕੜ ਨਹੀਂ ਆਈ। ਪਹਿਲਾ ਬਾਲਕ ਮੈਨੇ ਇੱਕ ਵਚਨ ਪੁਲਿੰਗ ਹੈ, ਇੱਕ ਬੱਚੇ ਦੀ ਗੱਲ ਹੈ। ਬਾਲਕ ਮਰੈ, ਜਦੋਂ ਬੱਚਾ ਮਰਦਾ ਹੈ, ਬੱਚਾ ਮਰਦਾ ਹੈ, ਉਹ ਬੱਚੇ ਦੀ ਲੀਲਾ ਹੈ। ਬਾਲਕ ਕੀ ਲੀਲਾ, ਬਾਲਕ ਇੱਕੋ ਹੀ ਹੈ, ਪਰ ਕੱਕੇ ਨੂੰ ਔਂਕੜ ਕਿਉਂ ਨਹੀਂ ਆਈ? ਕਿਉਂਕਿ ਕੀ ਸੰਬੰਧਕ ਨੇ ਬਾਲਕ ਦੇ ਕੱਕੇ ਦੀ ਔਂਕੜ ਖਤਮ ਕਰ ਦਿੱਤੀ। ਸੰਬੰਧਕ ਐਸਾ ਚੋਰ ਹੈ, ਜਿੱਥੇ ਆਪਣੇ ਤੋਂ ਅੱਗੇ ਔਂਕੜ ਦੇਖਦਾ ਹੈ, ਇੱਕ ਵਚਨ ਪੁਲਿੰਗ ਨਾਉਂ ਦੀ, ਉਹਦੀ ਔਂਕੜ ਚੋਰੀ ਕਰ ਲੈਂਦਾ ਹੈ। ਇਹ ਜਿਹੜਾ ਸੰਬੰਧਕ ਹੈ, ਇਹ ਕਿਸੇ ਨੂੰ ਨਹੀਂ ਬਖਸ਼ਦਾ, ਨਾ ਗੁਰੂ ਨੂੰ, ਨਾ ਰੱਬ ਨੂੰ, ਨਾ ਕਿਸੇ ਨੂੰ। ਹਰ ਇੱਕ ਦੀ ਔਂਕੜ ਚੋਰੀ ਕਰ ਲੈਂਦਾ ਹੈ। ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਣ ਲੈ ਲਟਕਾਵੇ। ਘਰ ਮੈਂ, ਘਰ ਤੇ ਇੱਕੋ ਹੀ ਸਾਡਾ ਹਿਰਦਾ, ਘਰ ਦੇ ਰਾਰੇ ਨੂੰ ਔਂਕੜ ਚਾਹੀਦੀ ਸੀ, ਉਹ ਹਿਰਦਾ ਪੁਲਿੰਗ ਇੱਕ ਵਚਨ ਹੈ, ਪਰ ਰਾਰੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਮੈਂ ਸੰਬੰਧਕ ਨੇ ਘਰ ਦੇ ਰਾਰੇ ਦੀ ਔਂਕੜ ਚੋਰੀ ਕਰ ਲਈ। ਘਰ ਮੈਂ ਠਾਕੁਰ, ਪਿੱਛੇ ਠਾਕੁਰ ਦੇ ਰਾਰੇ ਨੂੰ ਔਂਕੜ ਲੱਗੀ ਸੀ, ਉਹਦੀ ਚੋਰੀ ਨਹੀਂ ਕੀਤੀ। ਕਿਉਂ? ਕਿਉਂਕਿ ਚੋਰ ਆਪਣੇ ਤੋਂ ਪਿਛਲੇ ਦੀ ਚੋਰੀ ਨਹੀਂ ਕਰਦਾ, ਆਪਣੇ ਤੋਂ ਅਗਲੇ ਦੀ ਚੋਰੀ ਕਰ ਲੈਂਦਾ। ਮੈਂ ਪ੍ਰਪੋਜੀਸ਼ਨ ਨੇ ਘਰ ਦੇ ਰਾਰੇ ਦੀ ਔਂਕੜ ਚੋਰੀ ਕਰ ਲਈ। ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਣ ਲੈ ਲਟਕਾਵੇ। ਗਲਾ ਤਾਂ ਸਾਡੇ ਇੱਕੋ ਹੀ ਹੈ, ਕਿਸੇ ਬੰਦੇ ਦੇ ਦੋ ਗਲੇ ਨਹੀਂ ਹੁੰਦੇ, ਪਰ ਇੱਥੇ ਲੱਲੇ ਨੂੰ ਔਂਕੜ ਚਾਹੀਦੀ ਸੀ, ਨਹੀਂ ਆਇਆ। ਗਲਾ ਜਿਹੜਾ ਉਹ ਇੱਕ ਵਚਨ ਪੁਲਿੰਗ ਹੈਗਾ। ਮੈਂ ਸੰਬੰਧਕ ਨੇ ਗਲ ਦੇ ਲੱਲੇ ਦੀ ਔਂਕੜ ਚੋਰੀ ਕਰ ਲਈ। ਗਲ ਮੈਂ ਪਾਣ ਲੈ ਲਟਕਾਵੇ। ਇਸੇ ਤਰ੍ਹਾਂ ਮੁੰਦਾ ਸੰਤੋਖ, ਸ਼ਰਮਪਤ ਝੋਲੀ, ਧਿਆਨ ਕੀ ਕਰਨ ਦੀ ਭੂਤ। ਧਿਆਨ ਤੇ ਇੱਕੋ ਹੈ, ਜੇ ਬਹੁਤੇ ਹੁੰਦੇ ਫਿਰ ਧਿਆਨ ਕੀਆਂ ਆਣਾ ਸੀ, ਬਹੁਤੇ ਧਿਆਨਾਂ ਦੀਆਂ, ਪਰ ਕੀ ਆ ਗਿਆ ਇੱਕ ਵਚਨ। ਧਿਆਨ ਦੇ ਨੰਨੇ ਦੀ ਔਂਕੜ ਕਿਉਂ ਨਹੀਂ ਆਈ? ਕਿਉਂਕਿ ਕੀ ਪ੍ਰਪੋਜੀਸ਼ਨ ਨੇ ਧਿਆਨ ਦੇ ਨੰਨੇ ਦੀ ਔਂਕੜ ਚੋਰੀ ਕਰ ਲਈ। ਦੇਖੋ ਜਾਗਤ ਦੋ ਵਾਰੀ ਆਇਆ ਅਗਲੀ ਤੁਕ ਵਿੱਚ। ਸੂਤੇ ਕੋ ਜਾਗਤ ਕਹੈ, ਜਾਗਤ ਕੋ ਸੂਤਾ। ਜਾਗਤ ਇੱਕ ਤੱਤੇ ਨੂੰ ਔਂਕੜ ਆਈ ਹੈ, ਦੂਜੇ ਤੱਤੇ ਨੂੰ ਔਂਕੜ ਨਹੀਂ ਆਈ। ਜਾਗਤ ਮੈਨੇ ਜਾਗਦਾ ਹੋਇਆ, ਜਿਹੜਾ ਜਾਗਦਾ ਵਾ, ਇੱਥੇ ਵਿਸ਼ੇਸ਼ਣ ਦੇ ਰੂਪ ਚ ਵਰਤ ਲਿਆ ਗਿਆ, ਜਾਗਣ ਵਾਲਾ। ਸੂਤੇ ਕੋ ਜਾਗਤ ਕਹੈ, ਜਾਗਦਾ ਹੋਇਆ ਕਹਿੰਦਾ ਹੈ।
ਜਾਗਤ ਇੱਕ ਹੈ। ਜਾਗਤ ਕੋ ਸੁੱਤਾ, ਜਾਗਦੇ ਨੂੰ ਕਹਿੰਦਾ ਸੁੱਤਾ ਪਿਆ ਹੋਇਆ। ਜਿਹੜਾ ਮਾਇਆ ਦੀ ਨੀਂਦ ਚ ਘੂਕ ਸੁੱਤਾ ਹੈ ਨਾ, ਜਿਹਨੇ ਬਹੁਤ ਪੈਸਾ ਕਮਾਇਆ, ਉਹਨੂੰ ਕਹਿੰਦੇ ਬੰਦਾ ਆ ਜਾਗਦਾ, ਦੁਨੀਆ ਤੇ ਆਇਆ ਬੰਦਾ ਜਾਗਦਾ, ਇਹਨੂੰ ਪਤਾ ਕੀ ਕਰਨਾ, ਇਹਨੂੰ ਜਾ ਕੇ ਪੁੱਛੋ। ਤੇ ਜਿਹੜਾ ਗਿਆਨ ਵਿੱਚ ਜਾਗ ਗਿਆ, ਉਹਨੂੰ ਕਹਿੰਦੇ ਤਾਂ ਸੁੱਤਾ ਪਿਆ, ਇਹਨੂੰ ਕੀ ਪਤਾ ਬਿਜ਼ਨਸ ਦਾ, ਇਹਨੂੰ ਕੀ ਪਤਾ ਪੈਸੇ ਕਿਵੇਂ ਇਕੱਠੇ ਕਰੀਦੇ ਨੇ। ਜਾਗਤ ਕੋ ਸੁੱਤਾ। ਹੁਣ ਕੌਣ ਨੇ ਜਾਗਤ ਦੇ ਤੱਤੇ ਦੀ ਔਂਕੜ ਚੋਰੀ ਕਰ ਲਈ। ਦਾਸ ਕਾ ਦਾਸ ਬਿਰਲਾ ਕੋਈ ਹੋਏ। ਦੋਨੋਂ ਪਾਸੇ ਦਾਸ ਹੈ, ਪਰ ਇੱਕ ਦੇ ਸੱਸੇ ਨੂੰ ਔਂਕੜ ਹੈ, ਇੱਕ ਦੇ ਸੱਸੇ ਨੂੰ ਔਂਕੜ ਨਹੀਂ ਹੈ। ਕਾਂ ਨੇ ਕੀ ਕੀਤਾ, ਆਪਣੇ ਤੋਂ ਪਹਿਲੇ ਦਾਸ ਦੀ ਔਂਕੜ ਚੋਰੀ ਕਰ ਲਈ, ਔਰ ਪਿਛਲੇ ਦੀ ਨਹੀਂ ਕਰ ਸਕਿਆ। ਦਾਸ ਕਾ ਦਾਸ ਬਿਰਲਾ ਕੋਈ ਹੋਏ। ਕੋ ਇਹ ਸੰਬੰਧਕ ਐਸਾ ਚੋਰ ਹੈ, ਇਹਨੇ ਰੱਬ ਨੂੰ ਵੀ ਨਹੀਂ ਬਖਸ਼ਿਆ, ਰੱਬ ਤੇ ਇੱਕ ਸੀ, ਉਹਦੀ ਔਂਕੜ ਵੀ ਚੋਰੀ ਕਰ ਲਈ। ਪ੍ਰਭ ਕੋ ਸਿਮਰੈ ਸਿਹਤ ਧਨਵੰਤੇ। ਕੌ ਸੰਬੰਧਕ ਨੇ ਪ੍ਰਭ ਦੇ ਭੱਬੇ ਦੀ ਔਂਕੜ ਖਤਮ ਕਰ ਦਿੱਤੀ। ਉਦਮ ਇੱਕ ਹੈ, ਪਰ ਇੱਕ ਜਗ੍ਹਾ ਔਂਕੜ ਆਈ, ਇੱਕ ਜਗ੍ਹਾ ਤੇ ਨਹੀਂ ਆਈ। ਸਗਲ ਉਦਮ ਨਹਿ ਉਦਮ ਭਲਾ, ਮੈਂ ਨੇ ਉਦਮ ਦੀ ਔਂਕੜ ਖਤਮ ਕਰ ਦਿੱਤੀ। ਦੀਪਕ ਤੇ ਦੀਪਕ ਪ੍ਰਗਾਸਿਆ, ਦੀਵੇ ਤੋਂ ਦੀਵਾ ਜਗਿਆ। ਦੋਨੋਂ ਪਾਸੇ ਦੀਵਾ ਇੱਕ ਹੀ ਹੈ, ਇੱਕ ਵਚਨ ਪੁਲਿੰਗ ਹੈ। ਇੱਕ ਦੀਪਕ ਦੇ ਕੱਕੇ ਦੀ ਔਂਕੜ ਆਈ, ਇੱਕ ਦੀ ਨਹੀਂ ਆਈ, ਤੇ ਸੰਬੰਧਕ ਨੇ ਪਹਿਲੇ ਦੀਪਕ ਦੀ ਔਂਕੜ ਚੋਰੀ ਕਰ ਦਿੱਤੀ। ਪ੍ਰਭ ਪਾਸ ਜਨ ਕੀ ਅਰਦਾਸ। ਜਨ ਵੀ ਇੱਕੋ ਹੀ ਹੈ, ਕੀ ਆ ਗਿਆ ਨਾ, ਇੱਕ ਵਚਨ ਦਾ ਲਖਾਇਕ, ਤੇ ਪ੍ਰਭ ਰੱਬ ਵੀ ਇੱਕ ਹੈ, ਦੋਨਾਂ ਦੀ ਔਂਕੜ ਚੋਰੀ ਹੋ ਗਈ। ਪਾਸ ਨੇ ਪ੍ਰਭ ਦੀ ਔਂਕੜ ਚੋਰੀ ਕਰ ਲਈ, ਪਿੱਛੇ ਖੜਾ ਸੀ ਕੀ, ਉਹਨੇ ਅਗਲੇ ਜਨ ਦੀ ਔਂਕੜ ਚੋਰੀ ਕਰ ਲਈ। ਹੁਣ ਪਾਸ ਜਿਹੜਾ ਜਨ ਦੀ ਔਂਕੜ ਚੋਰੀ ਨਹੀਂ ਕਰ ਸਕਦਾ, ਕਿਉਂਕਿ ਜਨ ਉਹਨੂੰ ਦੇਖ ਲਏਗਾ, ਲਾਈਨ 'ਚ ਲੱਗੇ ਨੇ। ਪਾਸ ਆਪਣੇ ਤੋਂ ਪਹਿਲੇ ਪ੍ਰਭ ਦੀ ਔਂਕੜ ਚੋਰੀ ਕਰੇਗਾ, ਕੀ ਆਪਣੇ ਤੋਂ ਪਹਿਲੇ ਜਨ ਦੀ ਚੋਰੀ ਕਰੇਗਾ। ਦੋਨਾਂ ਨੇ ਆਪਣੇ ਤੋਂ ਅਗਲੇ ਦੀ ਚੋਰੀ ਕਰ ਲਈ। ਭਾਵ ਪਾਸ ਆਇਆ ਤੇ ਪ੍ਰਭ ਦੀ ਔਂਕੜ ਹਟ ਗਈ, ਕੀ ਆਇਆ ਤੇ ਜਨ ਦੀ ਔਂਕੜ ਹਟ ਗਈ। ਗੁਣ ਵਿੱਚ ਗੁਣ ਲੈ ਸਾਰ, ਵਿੱਚ ਸੰਬੰਧਕ ਨੇ ਪਹਿਲੇ ਗੁਣ ਦੀ ਔਂਕੜ ਖਤਮ ਕਰ। ਇਹ ਤੇ ਸੀ ਸਾਡਾ ਇੱਕ ਨਿਯਮ। ਮੈਂ 3 ਨਿਯਮ ਕਰਾਣੇ ਨੇ, ਹਜੇ ਇੱਕ ਰੂਲ ਹੈ ਇਹ। ਦੂਜੇ ਰੂਲ ਦੀ ਮੈਂ ਹੁਣ ਇੱਕ ਹੋਰ ਕਹਾਣੀ ਤੁਹਾਨੂੰ ਸੁਣਾਉਣਾ ਵਾ। ਉਹ ਕਹਾਣੀ ਕੀ ਹੈ, ਇਹਨਾਂ ਚੋਰਾਂ ਦੀ ਸਾਨੂੰ ਪਛਾਣ ਆ ਗਈ ਵੀ ਕਾ, ਕੇ, ਕੀ, ਕੋ, ਮੈਂ, ਭੀਤਰ ਮਜ਼ਾਰ, ਉੱਪਰ ਸਾਰੇ ਚੋਰ ਨੇ, ਸਾਨੂੰ ਪਛਾਣ ਹੈ ਜਿਨ੍ਹਾਂ ਦੀ, ਇਹ ਚੋਰ ਨੇ। ਮੈਂ ਕੀ ਕੀਤਾ, ਮੈਂ ਆਪਣੇ ਘਰ ਚੋਂ ਬਾਹਰ ਨਿਕਲਿਆ, ਸੈਰ ਕਰਨ ਵਾਸਤੇ, ਘੁੰਮਣ ਵਾਸਤੇ ਬਾਹਰ ਗਿਆ। ਆਪਣੇ ਜੇਬ ਦੇ ਵਿੱਚ ਮੈਂ ਪਰਸ ਪਾ ਲਿਆ, ਤੇ ਜੇਬ ਦੀ ਪਿਛਲੀ ਪਾਕਟ ਨੂੰ ਮੈਂ ਬਕਾਇਦਾ ਬਟਨ ਵੀ ਲਗਾ ਲਿਆ, ਬਟਨ ਬੰਦ ਕਰ ਲਿਆ ਕਿ ਮੇਰੀ ਉਹ ਪਾਕਟ ਸਾਂਭੀ, ਪਾਕਟ ਦੇ ਵਿੱਚ ਪਰਸ ਮੇਰਾ ਸਾਂਭਿਆ ਰਵੇ, ਮੇਰਾ ਵਾਲਟ, ਮੇਰਾ ਪਰਸ ਉਹਨੂੰ ਕੋਈ ਚੁੱਕ ਨਾ ਲਵੇ, ਖੋ ਨਾ ਲਵੇ। ਮੈਂ ਆਪਣੀ ਪੈਂਟ ਦੀ ਪਿਛਲੀ ਪਾਕਟ ਦੇ ਵਿੱਚ ਲਗਾ ਕੇ ਬਟਨ ਬੰਦ ਕਰਕੇ ਪਰਸ ਵਿੱਚ ਰੱਖ ਲਿਆ। ਮੈਂ ਬਾਹਰ ਨਿਕਲਿਆ, ਸੈਰ ਕਰਨ ਵਾਸਤੇ, ਘੁੰਮਣ ਵਾਸਤੇ ਨਿਕਲਿਆ। ਕੀ ਦੇਖਿਆ, ਸਾਹਮਣੇ ਇੱਕ ਮੇਲਾ ਲੱਗਿਆ ਸੀ। ਮੇਲੇ 'ਚ ਬਹੁਤ ਸਾਰੇ ਲੋਕ, ਹਜ਼ਾਰਾਂ ਲੋਕ ਆਏ ਹੋਏ ਸਨ। ਕੁਝ ਲੋਕ ਮਠਿਆਈਆਂ ਖਾ ਰਹੇ ਸਨ, ਕੁਝ ਲੋਕ ਭੰਗੜਾ ਦੇਖ ਰਹੇ ਸਨ। ਇੱਕ ਪਾਸੇ ਨੌਜਵਾਨ ਭੰਗੜੇ ਪਾ ਰਹੇ ਸਨ, ਉੱਥੇ ਵੀ ਭੀੜ ਸੀ। ਇੱਕ ਮਦਾਰੀ ਆਪਣਾ ਸ਼ੋਅ ਦਿਖਾ ਰਿਹਾ ਸੀ, ਉੱਥੇ ਵੀ ਲੋਕ ਇਕੱਠੇ ਸਨ। ਬੱਚੇ ਜਿਹੜੇ ਖੇਡ ਰਹੇ ਸਨ, ਝੂਟੇ ਲੈ ਰਹੇ ਸਨ। ਮੈਂ ਉਸ ਮੇਲੇ 'ਚ ਘੁੰਮਦਾ ਰਿਹਾ। ਘੁੰਮ ਕੇ 1-2 ਘੰਟੇ ਬਾਅਦ ਮੈਂ ਆਪਣੇ ਘਰ ਵਾਪਸ ਆਇਆ। ਆ ਕੇ ਜੇਬ ਨੂੰ ਹੱਥ ਮਾਰਿਆ ਤੇ ਮੇਰੇ ਜੇਬ ਵਿੱਚ ਪਰਸ ਨਹੀਂ ਸੀ। ਮੇਰਾ ਪਰਸ ਚੋਰੀ ਹੋ ਗਿਆ, ਕਿਉਂਕਿ ਡਿੱਗ ਨਹੀਂ ਸਕਦਾ, ਮੇਰੀ ਪਾਕਟ ਨੂੰ ਬਟਨ ਲੱਗਿਆ ਹੋਇਆ ਸੀ। ਕਿਸੇ ਨੇ ਚੁੱਪ ਕਰਕੇ ਬਟਨ ਖੋਲ ਕੇ ਮੇਰੇ ਪੈਂਟ ਦੀ ਪਿਛਲੀ ਜੇਬ ਤੋਂ ਪਰਸ ਕੱਢ ਲਿਆ। ਮੇਰਾ ਪਰਸ ਚੋਰੀ ਹੋ ਗਿਆ। ਹੁਣ ਉੱਥੇ ਹਜ਼ਾਰਾਂ ਲੋਕ ਸੀ, ਮੈਨੂੰ ਪਛਾਣ ਨਹੀਂ ਵੀ ਕਿਹਨੇ ਚੋਰੀ ਕੀਤਾ, ਪਰ ਇਹ ਗਾਰੰਟੀ ਹੈ ਵੀ ਪਰਸ ਚੋਰੀ ਹੋਇਆ ਹੈ। ਇਹ ਤੇ ਪੱਕੀ ਗਾਰੰਟੀ ਹੈ ਨਾ ਕਿ ਪਰਸ ਚੋਰੀ ਹੋਇਆ ਹੈ, ਡਿੱਗਿਆ ਨਹੀਂ ਹੈ, ਕਿਉਂਕਿ ਬਟਨ ਲੱਗਿਆ ਸੀ। ਕਿਸੇ ਨੇ ਬਟਨ ਖੋਲ ਕੇ ਮੇਰਾ ਪਰਸ ਚੋਰੀ ਕੀਤਾ ਹੈ। ਹੁਣ ਹਜ਼ਾਰਾਂ ਲੋਕ ਸੀ, ਮੈਨੂੰ ਪਛਾਣ ਨਹੀਂ। ਇਸੇ ਤਰ੍ਹਾਂ ਕਈ ਵਾਰੀ ਕੀ ਹੁੰਦਾ ਹੈ, ਇੱਕ ਵਚਨ ਪੁਲਿੰਗ ਨਾਉ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਹੋਈ ਹੁੰਦੀ ਹੈ, ਪਰ ਚੋਰ ਉੱਥੇ ਹੁੰਦਾ ਨਹੀਂ, ਸਾਨੂੰ ਪਛਾਣ ਨਹੀਂ ਵੀ ਚੋਰ ਕਿਹੜਾ। ਹੁਣ ਦੇਖੋ 11ਵਾਂ ਅਧਿਆਏ, 11ਵਾਂ ਚੈਪਟਰ ਵੀਰ ਚਰਨਜੀਤ ਸਿੰਘ ਜੀ ਆਪ ਜੀ ਨੂੰ ਇੱਥੇ ਡਿਸਪਲੇ ਕਰ ਦਿੰਦੇ। ਹਾਂਜੀ, ਇਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ, ਹਾਂ ਚਲੋ ਠੀਕ ਹੈ, 11ਵਾਂ ਅਧਿਆਇ ਦੇਖ ਲਓ ਤੁਸੀਂ। 11ਵੇਂ ਅਧਿਆਇ ਤੋਂ ਪਹਿਲਾਂ ਮੈਂ ਕੁਝ ਸੰਬੰਧਕ ਤੁਹਾਨੂੰ ਦਿਖਾ ਦਿੰਦਾ ਵਾਂ। ਵੀ ਜੀ ਪਹਿਲਾਂ ਉਹ ਸੰਬੰਧਕ ਦਿਖਾ ਦਿਓ, ਮੈਨੂੰ ਯਾਦ ਭੁੱਲ ਗਿਆ ਸੀ। 3rd ਪਾਰਟ ਤੇ 4th ਪਾਰਟ, ਆਪਾਂ ਪਹਿਲਾਂ 3rd ਪਾਰਟ ਦਿਖਾਓ। ਹਾਂਜੀ, ਇਹ ਮੈਂ ਸੰਬੰਧਕ ਕਾਫੀ ਇਕੱਠੇ ਕੀਤੇ ਨੇ। ਜਿਵੇਂ ਪਹਿਲੀ ਕੈਟੇਗਰੀ ਹੈ ਪਾਸ। ਪਾਸ ਮੈਨੇ ਕੋਲ, ਕੋਲ ਦੇ ਬਹੁਤ ਸਾਰੇ ਸ਼ਬਦ ਗੁਰਬਾਣੀ ਚ ਆਉਂਦੇ ਨੇ, ਜੋ ਪਾਸ, ਪਾਸੀ, ਪਾਸੇ, ਪਾਹੇ, ਪਾਏ, ਪਾਹੀ, ਪਾਹਾ, ਪਹਿ, ਨੇੜ, ਨੇੜਾ, ਨੇੜੇ, ਨੇੜਾ, ਨੇਰ, ਨੇਰ, ਨੇਰੋ, ਨੇਰਹੂ, ਨੇਰਿਆ, ਨੇਰਾ, ਉਪਕੰਠ,
नेरी, नेरे, नेरै, नेरो, नजीक, समीप, निकट, कन, कोली, ये तुहानूं सारे गुरबाणी चों ਲੱਭ ਜਾਣਗੇ। दूजी कैटेगरी का, के, की, केरे वगैरह दी है। तीजी कैटेगरी बिन, बिना, बिहून, बिहूना, इन्हां दी कैटेगरी है। चौथी कैटेगरी नाल दी है। नाल नूं असीं कहने सौ, स्यों, सौ, नाले, नाल, सेती, संग, साथ, संग, लो, प्रीत, प्रति, प्रति। पंजवीं कैटेगरी सण, सणे, सहत, समेत। पंजवीं कैटेगरी सा, साण, समान, जस, ज्यों। इस छेवीं कैटेगरी, सतवीं कैटेगरी जिवें असीं कहने विच, विच नूं गुरबाणी च बहुत सारे संबंधकां दे रूप च वरतिया है। अंतर, अंतरे, अंदर, अंदरे, अंदरे, अंदरों, बीचे, बीच, इदां दे। मंदे, मंझ, मझार, निरंतर, मदाही, म्याने। याद रखियो म्याने शब्द जिहड़े ना प्रिंटड बीड़ां दे विच मम्मे दे पैर च अद्धा यईया पाया होया, पर इस तरह नहीं है। हथ लिख जिन्नियां भी प्रमाणिक बीड़ां ने उन्हां च ऐड़ा पूरा पाया है। मम्मे स्यारी, ऐड़े कन्ना, नन्ने लां। इस गल नूं नोट कर लियो कि म्याने हथ लिख प्रमाणिक बीड़ां दे विच पूरा शब्द है। मम्मे दे पैर च जिहड़ा अद्धा यईया ओ प्रिंटड बीड़ां, छापे वालियां बीड़ां विच है, जिहड़ा ओ काई हैगी है। इस करके मैं इत्थे म्याने पूरा लिखिया होया। ठीक है जी। हाँ जी, इस तो अगला कटो जी चौथा भाग। चौथे भाग दे विच की हैगा देखो तुहाडे सामने 8वां कैटेगरी हैगी नूं दी। नूं नूं की किया कौ, नौ, नौ, कू, स्यों। सिंधी बोली च खे, को, कौ, कू, जोग, कौ। नौवां जिहड़ा नौवीं किस्म है संबंधकां दी ਉਹ ਹੈਗੀ ਕਾਰਨ, ਕौ, कै, ताई। 10ਵੀਂ किस्म ਜਿਹਨੂੰ ਅਸੀਂ ਕਹਿੰਦੇ ਆ ਵੀ ਨਾਲੋਂ ਤੋਂ, ਹਨਾ। ਉੱਥੇ ਸਿਉਂ, ਹੂੰ, ਜਿੱਦੂ, ਕੰਨੋਂ, ਕਿਉ, ਤੇ, ਥੇ, ਥਾਵੋਂ, ਨਾਲੋਂ, ਆ ਸਾਰੇ ਦੇਖ ਲਿਓ ਤੁਸੀਂ। 11ਵੀਂ कैटेगरी हैगी आ ऊपर ते थले वाली। ऊपर, ऊपर, ऊपरे, ऊपर, पर, तर, तले, तलै, हेठ, जेर, उत्ते। जेर फारसी वाला जेर है। जेर मैंने थले, तै मैंने सब ते। 12ਵੀਂ कैटेगरी आ गए पाछे जिहड़ा ਇਹ शब्द हैगे। 13ਵੀਂ कैटेगरी ਉਹਦੇ बराबर, सारखे, समसर, जेठ, जेवर, तुल, पर, सर, सार, सारखे, मिकदारा, बराबर वगैरह। 14ਵੀਂ कैटेगरी बदलाण दी है। बादरे, बदलहा, बदला, बदले, बदले, बदलावन, सटे, ना। 15ਵੀਂ कैटेगरी ताई, तो, लो, लग, पै। 16ਵੀਂ कैटेगरी विच दे। याद रखियो विच दे गुरबाणी च पदछेद कीता होया है प्रिंटेड बीड़ा विच, पर ਇਹ पदछेद नहीं चाहिदा। विच दे ते विच दो ਇਹ ਇਕੱਠਾ ਸ਼ਬਦ ਹੈਗਾ ਵੈ। ਇਹਨੂੰ ਯਾਦ ਰੱਖਿਓ, ਇਹਨੂੰ ਵੀ ਨੋਟ ਕਰ ਲਿਓ ਵੱਖਰਾ। 17ਵੀਂ कैटेगरी की ਵਿੱਚੋਂ 18ਵੀਂ कैटेगरी की कर ਜਾਂ ਪਰਣੈ by means of, by means of, कर, परणय, by means of। 19ਵੀਂ कैटेगरी विटों, विटों, कहो, कह, नो, ते 20ਵੀਂ कैटेगरी कन, वल, और, ते। ਇਹ ਸਾਰੇ ਦੇ ਸਾਰੇ ਲਗਭਗ 240 ਤੋਂ ਵੱਧ ਇਹ ਸੰਬੰਧਕ ਨੇ ਇਹ ਗੁਰਬਾਣੀ ਚ ਵਰਤੇ ਹੋਏ ਨੇ। ਔਰ ਇਹਨਾਂ ਪ੍ਰੈਪੋਜੀਸ਼ਨ ਨੂੰ ਆਪ ਨੋਟ ਕਰ ਲਓ, ਗਰੁੱਪ ਦੇ ਵਿੱਚ ਵੀ ਪਾ ਦਿੱਤਾ ਜਾਏਗਾ ਜੇ ਚਾਹਣਗੇ ਪ੍ਰਬੰਧਕ ਜਨ। ਤੇ ਤੁਸੀਂ ਇਹਨਾਂ ਨੂੰ ਭੁੱਲਣਾ ਨਹੀਂ, ਬਸ ਇਹਨਾਂ ਨੂੰ ਭਾਵੇਂ ਜ਼ੁਬਾਨੀ ਯਾਦ ਕਰ ਲਓ ਤਾਂ ਕਿ ਸੰਬੰਧਕਾਂ ਦੀ ਤੁਹਾਨੂੰ ਪਛਾਣ ਹੋ ਜਾਏ। ਕਿਉਂਕਿ ਅੱਗੋਂ ਜਿੰਨੇ ਅਸੀਂ ਚੈਪਟਰ ਅੱਗੋਂ ਵੀ ਕਰਨੇ ਨੇ, ਇਹਨਾਂ ਸੰਬੰਧਕਾਂ ਦਾ ਬਹੁਤ ਵੱਡਾ ਰੋਲ ਉਹਦੇ ਵਿੱਚ ਹੋਏਗਾ। ਤਾਂ ਹੀ ਸਾਨੂੰ ਗੁਰਬਾਣੀ ਵਿਆਕਰਨ ਦੀ ਨਿਯਮਾਂ ਦੀ ਸਮਝ ਆਏਗੀ। ਠੀਕ ਹੈ ਜੀ। ਹੁਣ ਮੈਂ ਆਪਣੇ ਚੋਰ ਵਾਲੇ ਪਾਸੇ ਜਾਵਾਂ ਵੀ ਚੋਰੀ ਤੇ ਹੋਈ, ਪਰ ਚੋਰ ਨਹੀਂ ਪਤਾ ਕਿਹੜਾ। ਕਿਵੇਂ? ਦੇਖੋ ਜੀ, ਗੁਰ ਪ੍ਰਸਾਦ। ਗੁਰ ਤੇ ਇੱਕ ਹੈਗਾ ਵੈ, ਗੁਰੂ ਤੇ ਸਾਡੇ ਬਹੁਤੇ ਨਹੀਂ ਹਨ। ਇੱਥੇ ਰਾਰੀ ਨੌਕੜ ਚਾਹੀਦੀ ਸੀ, ਨਹੀਂ ਆਈ। ਕਿਉਂ ਨਹੀਂ ਆਈ? ਚੋਰ ਵੀ ਇੱਥੇ ਕੋਈ ਨਹੀਂ ਹੈ। ਦਾ ਦੇ ਦੀ ਕਾ ਕੇ ਕੀ ਨੂੰ ਕੋਲ ਉੱਤੇ ਵਿੱਚ ਪੀਤਰ ਬਾਜ਼ਾਰ ਮਾਹੇ, ਕੁਛ ਵੀ ਨਹੀਂ ਇੱਥੇ, ਪਰ ਚੋਰੀ ਹੋਈ ਹੈ। ਇਹ ਗੱਲ ਪੱਕੀ ਹੈ ਵੀ ਰਾਰੇ ਨੌਕੜ ਚਾਹੀਦੀ ਸੀ, ਵੀ ਹੈ ਨਹੀਂ ਇੱਥੇ। ਹੁਣ ਕਿਸੇ ਨਾ ਕਿਸੇ ਚੋਰ ਦਾ ਕੰਮ ਹੈ। ਕਿਹੜਾ ਚੋਰ ਹੋ ਸਕਦਾ ਜੀ? ਗੁਰ ਤੇ ਪ੍ਰਸਾਦ ਦਾ ਸੰਬੰਧ ਕੌਣ ਬਣਾਏਗਾ? ਜਿਹੜਾ ਸੰਬੰਧ ਬਣਾਏਗਾ ਬਸ ਉਹ ਚੋਰ ਹੈ। ਪ੍ਰਸਾਦ ਮੈਨੇ ਕਿਰਪਾ, ਗੁਰ ਮੈਨੇ ਗੁਰੂ, ਗੁਰੂ ਕਿਰਪਾ। ਇਹਨੂੰ ਕਿਵੇਂ ਜੋੜੀਏ? ਗੁਰੂ ਦੀ ਕਿਰਪਾ। ਦੀ ਲੁਪਤ ਸੰਬੰਧਕ ਹੈ, ਲੁਪਤ ਪ੍ਰੈਪੋਜੀਸ਼ਨ ਹੈ, ਜਿਨੇ ਗੁਰ ਦੇ ਰਾਰੇ ਦੀ ਔਂਕੜ ਖਤਮ ਕਰ ਦਿੱਤੀ। ਦੀ ਉਹ ਸੰਬੰਧਕ ਚੋਰ ਹੈ ਜਿਹੜਾ ਚੋਰੀ ਕਰਕੇ ਗਾਇਬ ਹੋ ਗਿਆ, ਲੁਕ ਗਿਆ, ਸਾਹਮਣੇ ਨਹੀਂ ਆ ਰਿਹਾ। ਇੱਥੇ ਰਾਰੇ ਦੀ ਔਂਕੜ ਤਾਂ ਨਹੀਂ ਆਈ ਕਿਉਂਕਿ ਅੱਗੇ ਵਿੱਚ ਦੀ ਸੰਬੰਧਕ ਹੈ। ਜਾਂ ਜੇ ਪ੍ਰਸਾਦ ਪੁਲਿੰਗ ਰੂਪ ਚ ਲਓ, ਹਾਲਾਂਕਿ ਪ੍ਰਸਾਦ ਜਿਹੜਾ ਉਹ ਸਿਹਾਰੀ ਨਾਲ ਇਸਤਰੀਲਿੰਗ ਸ਼ਬਦ ਆ ਜਾਂਦਾ ਵਾ, ਜਾਂ ਪ੍ਰਸਾਦ ਜਿਹੜਾ ਸਿਹਾਰੀ ਨਾਲ ਦਾ ਅਰਥ ਆ ਜਾਂਦਾ ਹੈ, ਕਰ ਕੇ ਅਰਥ ਆ ਜਾਂਦਾ ਹੈ। ਪ੍ਰਸਾਦ ਨਾਲ, ਕਿਰਪਾ ਨਾਲ, ਖਿਮਾ ਕਰਨਾ। ਗੁਰੂ ਦੀ ਕਿਰਪਾ ਨਾਲ ਜਾਂ ਗੁਰੂ ਦੇ ਪ੍ਰਸਾਦ ਨਾਲ, ਦੇ ਪ੍ਰਸਾਦ, ਦੇ ਜਾਂ ਦੀ
ਇੱਥੇ ਲੁਪਤ ਸੰਬੰਧਕ ਹੈ। ਅੱਗੇ ਦੇਖੋ ਜੀ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਜਗਦੀਸ਼ ਮਨ ਜਗਤ ਦਾ ਈਸ਼ ਪ੍ਰਭੂ। ਹੁਣ ਜਗਦੀਸ਼ ਤੇ ਸੱਸੇ ਨੂੰ ਪੜਾਣੀ ਚਾਹੀਦੀ ਸੀ ਕਿ ਰੱਬ ਤੇ ਇੱਕ ਹੈਗਾ, ਰੱਬ ਤੇ ਬਹੁਤੇ ਨਹੀਂ ਹਨ। ਔਰ ਔਂਕੜ ਚੋਰੀ ਹੋਈ ਹੈ, ਚੋਰੀ ਹੋਈ ਔਰ ਮੇਲੇ ਦੀ ਭੀੜ ਵਿੱਚ ਪਤਾ ਨਹੀਂ ਕਿਹਨੇ ਚੋਰੀ ਕੀਤੀ, ਸਾਨੂੰ ਪਤਾ ਨਹੀਂ। ਹੁਣ ਲੱਭਣਾ ਪਏਗਾ ਵੀ ਏਕ ਨਾਮ ਤੇ ਜਗਦੀਸ਼ ਦਾ ਸੰਬੰਧ ਕੌਣ ਜੋੜੇਗਾ। ਜਗਦੀਸ਼ ਏਕ ਨਾਮ, ਜਗਦੀਸ਼ ਦਾ ਏਕ ਨਾਮ, ਜਗਦੀਸ਼ ਦਾ ਲੁਪਤ ਜਿਹੜਾ ਪ੍ਰੈਪੋਜੀਸ਼ਨ ਸੰਬੰਧਕ ਹੈਗਾ, ਉਹਨੇ ਜਗਦੀਸ਼ ਤੇ ਸੱਸੇ ਦੀ ਔਂਕੜ ਖਤਮ ਕਰ ਦਿੱਤੀ। ਇਸ ਕਰਕੇ ਜਗਦੀਸ਼ ਤੇ ਸੱਸੇ ਦੀ ਔਂਕੜ ਨਹੀਂ ਆਈ। ਸਤਿਗੁਰ ਸਿੱਖ ਕੋ ਨਾਮ ਧਨ ਦੇ। ਹੁਣ ਨਾਮ ਤੇ ਇੱਕ ਹੈਗਾ, ਮੰਮੀ ਨੂੰ ਔਂਕੜਨਾ ਚਾਹੀਦਾ ਸੀ ਕਿਉਂਕਿ ਧਨ ਇੱਕ, ਧਨ ਵਿਸ਼ੇਸ਼ਣ ਇੱਕ ਹੈ ਨਾ, ਨੰਨੇ ਨੂੰ ਔਂਕੜ ਆ ਗਈ। ਹੁਣ ਇਸ ਨਾਮ ਤੇ ਧਨ ਦੇ ਵਿਚਕਾਰ ਸੰਬੰਧ ਕੌਣ ਜੋੜੇਗਾ। ਨਾਮ ਦੇ ਮੰਮੀ ਦੀ ਔਂਕੜ ਚੋਰੀ ਹੈ। ਏਦਾਂ ਹੀ ਸਿੱਖ ਕੋ ਨੇ ਸਿੱਖ ਦੀ ਵੀ ਔਂਕੜ ਖਤਮ ਕਰ ਦਿੱਤੀ। ਕੋ ਸੰਬੰਧਕ ਨੇ ਸਿੱਖ ਦੀ ਔਂਕੜ ਖਤਮ ਕੀਤੀ ਤੇ ਸਾਡੇ ਸਾਹਮਣੇ ਆ, ਪਰ ਅਸੀਂ ਲੁਪਤ ਸੰਬੰਧਕ ਦੇਖ ਰਹੇ ਹਾਂ। ਚੋਰ ਜਿਹੜਾ ਲੁਕ ਗਿਆ, ਨਾਮ ਦੇ ਮੰਮੀ ਦੀ ਔਂਕੜ ਸੀ ਪਰ ਕਿੱਥੇ ਗਿਆ। ਨਾਮ ਤੇ ਧਨ ਦਾ ਸੰਬੰਧ ਬਣਾਓ। ਨਾਮ ਦਾ ਧਨ ਦਾ ਲੁਪਤ ਸੰਬੰਧਕ ਨੇ ਨਾਮ ਦੇ ਮੰਮੇ ਦੀ ਔਂਕੜ ਚੋਰੀ ਕੀਤੀ ਤੇ ਗਾਇਬ ਹੋ ਗਿਆ, ਲੁਕ ਗਿਆ ਇਹ ਚੋਰ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉਂ ਪਰਵਾਸ। ਬਿਨ ਗੁਰ, ਵੈਸੇ ਤਾਂ ਇਹ ਜਿਹੜਾ ਬਿਨ ਸ਼ਬਦ ਹੈ ਨਾ, ਆਪਣੇ ਆਪ ਚ ਪ੍ਰੈਪੋਜੀਸ਼ਨ ਗੁਰੂ ਦਾ ਹੀ ਹੈ, ਤੇ ਫਿਰ ਵੀ ਮੈਂ ਜਾਣਬੁੱਝ ਕੇ ਲਿਖ ਦਿੱਤਾ ਤਾਂ ਕਿ ਥੋੜਾ ਜਿਹਾ ਤੁਹਾਨੂੰ ਆਈਡੀਆ ਹੋ ਜਾਵੇ ਵੀ ਇੱਥੇ ਰਾਰੇ ਦੀ ਔਂਕੜ ਤਾਂ ਹਟੀ ਹੈ ਕਿਉਂਕਿ ਤੋਂ, ਬਿਨਾਂ ਤੋਂ ਜਿਹੜਾ ਨਾ ਉਹ ਸੰਬੰਧਕ ਹੈਗਾ। ਬਿਨ ਨੇ, ਬਿਨ ਤੇ ਪ੍ਰਗਟ ਰੂਪ ਚ ਆ ਗਿਆ, ਆਪਣੇ ਆਪ ਚ ਇਕੱਠਾ ਹੀ ਅਰਥ ਹੈਗਾ ਬਿਨਾਂ ਤੋਂ, ਗੁਰੂ ਤੋਂ ਬਿਨਾਂ ਇਕੱਠਾ ਹੀ ਹੈ। ਫਿਰ ਵੀ ਮੈਂ ਸਮਝਾਉਣ ਵਾਸਤੇ ਇੱਥੇ ਮੈਂ ਜਾਣਬੁੱਝ ਕੇ ਤੋਂ ਲਿਖ ਦਿੱਤਾ ਵੀ ਸੰਬੰਧਕ ਕਰਕੇ ਇੱਥੇ ਔਂਕੜ ਨਹੀਂ ਹੈ, ਹਾਲਾਂਕਿ ਬਿਨ ਦਾ ਇਸ ਗੁਰ ਦੇ ਉੱਪਰ ਪ੍ਰਭਾਵ ਹੈ। ਬਿਨ ਹਰ ਕਿਉਂ ਘਰ ਵਾਸ। ਘਰ ਇੱਕ ਹੈ, ਇੱਕ ਵਚਨ ਪੁਲਿੰਗ, ਸਿੰਗੂਲਰ ਮੈਸਕੂਲਿਨ ਹੈ, ਔਰ ਇਸ ਸਿੰਗੂਲਰ ਮੈਸਕੂਲਿਨ ਦੀ ਔਂਕੜ ਕਿੱਥੇ ਗਈ। ਪ੍ਰੈਪੋਜੀਸ਼ਨ ਨੇ ਜ਼ਰੂਰ ਕੁਛ ਨਾ ਕੁਛ ਕੀਤਾ ਹੋਏਗਾ, ਸੰਬੰਧਕ ਚੋਰ ਨੇ ਚੋਰੀ ਕੀਤੀ ਹੋਏਗੀ। ਘਰ ਵਾਸ, ਘਰ ਦਾ ਵਾਸ ਦਾ ਪ੍ਰੈਪੋਜੀਸ਼ਨ ਨੇ ਘਰ ਦੇ ਰਾਰੇ ਦੀ ਔਂਕੜ ਖਤਮ ਕਰ ਦਿੱਤੀ। ਮਨ ਗੁਰ ਮਿਲ ਕਾਜ ਸਵਾਰੇ, ਪਹਿਲੇ ਮਨ ਦੇ ਨੇਨੇ ਨੂੰ ਔਂਕੜ ਨਹੀਂ ਆਈ, ਇੱਥੇ ਸੰਬੋਧਨ ਹੈ ਹੇ ਮਨ। ਔਂਕੜ ਇੱਕ ਵਚਨ ਪੁਲਿੰਗ ਨਾਉਂ ਦੇ ਨਾਲ ਆਉਣ ਦਾ ਇੱਕੋ ਕਾਰਨ ਹੈ ਕਿ ਉਹ ਇੱਕ ਵਚਨ ਪੁਲਿੰਗ ਹੁੰਦਾ ਹੈ। ਨਾਉਂ ਦੇ ਨਾਲ ਆਖਰੀ ਅੱਖਰ ਨੂੰ ਔਂਕੜ ਆਈ, ਉਹ ਇੱਕ ਵਚਨ ਪੁਲਿੰਗ। ਪੁਲਿੰਗ ਦੇ ਜਦੋਂ ਆਖਰੀ ਅੱਖਰ ਨੂੰ ਔਂਕੜ ਆ ਜਾਂਦੀ, ਉਹ ਇੱਕ ਵਚਨ ਹੋ ਜਾਂਦਾ ਵੈ। ਤੇ ਜੇ ਔਂਕੜ ਨਾ ਆਵੇ ਤੇ ਜਾਂ ਉਹ ਬਹੁਵਚਨ ਹੋਏਗਾ, ਜਾਂ ਉਹ ਇਸਤਰੀ ਲਿੰਗ ਹੋਏਗਾ, ਜਾਂ ਉਹ ਸੰਬੋਧਨ ਹੋਏਗਾ, ਜਾਂ ਉਹਦੇ ਅੱਗੇ ਸੰਬੰਧਕ ਹੋਏਗਾ। ਹੁਣ ਮਨ ਜਿਹੜਾ ਹੈ ਉਹ ਬਹੁਵਚਨ ਨੀਗਾ, ਮਨ ਬਹੁਤੇ ਨਹੀਂ ਹੁੰਦੇ, ਨਾ ਹੀ ਮਨ ਇਸਤਰੀ ਲਿੰਗ ਸ਼ਬਦ ਹੈ, ਤੇ ਨਾ ਹੀ ਮਨ ਦੇ ਅੱਗੇ ਕੋਈ ਪ੍ਰੈਪੋਜੀਸ਼ਨ ਲੱਗੀ ਹੋਈ, ਸੰਬੰਧਕ ਵੀ ਕੋਈ ਨਹੀਂ ਲੱਗਿਆ। ਚੌਥਾ ਨਿਯਮ ਇੱਥੇ ਲਾਗੂ ਹੋਏਗਾ, ਸੰਬੋਧਨ। ਇੱਥੇ ਸੰਬੋਧਨ ਹੈ ਹੇ ਮਨ ਗੁਰ ਮਿਲ ਕਾਜ ਸਵਾਰੇ। ਗੁਰ ਵੀ ਇੱਕ ਹੈ, ਅੱਗੇ ਮਿਲ ਜਿਹੜਾ ਹੈ ਉਹ ਕਿਰਿਆ ਹੈਗੀ ਹੈ, ਕਿਰਿਆ ਤੇ ਸੰਬੰਧਕ ਨਹੀਂ ਹੁੰਦਾ। ਫਿਰ ਰਾਰੇ ਦੀ ਔਂਕੜ ਕਿੱਥੇ ਚਲੇਗੀ। ਗੁਰ ਤੇ ਮਿਲ ਨੂੰ ਕਿਵੇਂ ਜੋੜਾਂਗੇ ਅਸੀਂ। ਗੁਰੂ ਨੂੰ ਮਿਲ, ਨੂੰ ਉਹ ਸੰਬੰਧਕ ਹੈ ਜਿਹਨੇ ਗੁਰ ਦੇ ਰਾਰੇ ਦੀ ਔਂਕੜ ਚੋਰੀ ਕੀਤੀ ਤੇ ਉੱਥੋਂ ਭੱਜ ਗਿਆ ਜਾਂ ਗਾਇਬ ਹੋ ਗਿਆ, ਪਤਾ ਨਹੀਂ ਕਿੱਥੇ ਚਲਾ ਗਿਆ, ਉੱਥੋਂ ਉਹ ਗਾਇਬ ਹੋ ਗਿਆ। ਇਹ ਸੀ ਦੂਸਰਾ ਨਿਯਮ, ਸੈਕੰਡ ਰੂਲ ਆਫ ਪ੍ਰੈਪੋਜੀਸ਼ਨ। ਪ੍ਰੈਪੋਜੀਸ਼ਨ ਦਾ ਹੁਣ ਥਰਡ ਰੂਲ ਅਸੀਂ ਚੈੱਕ ਕਰਨਾ ਹੈਗਾ, ਉਹ ਕੀ ਹੈਗਾ। ਮੈਂ ਉਹਦੇ ਲਈ ਵੀ ਛੋਟੀ ਜਿਹੀ ਕਹਾਣੀ ਸੁਣਾ ਦੇਣਾ, ਹਜੇ ਰੁਕ ਜਾਓ ਜੀ, ਮੈਂ ਛੋਟੀ ਜਿਹੀ ਕਹਾਣੀ ਸੁਣਾ ਦਿਆਂ ਪਹਿਲਾਂ। ਹਾਂਜੀ, ਮੈਂ ਆਪਣੇ ਆਫਿਸ 'ਚ ਬੈਠਾ ਹੋਇਆ ਸੀ, ਰੋਜ਼ ਦੀ ਤਰ੍ਹਾਂ ਮੇਰੀ ਆਦਤ ਹੈ, ਮੈਂ ਘੜੀ ਬੰਨ ਕੇ ਮੈਂ ਕੰਮ ਨਹੀਂ ਕਰ ਸਕਦਾ, ਮੈਨੂੰ ਗਰਮੀ ਲੱਗਦੀ, ਮੈਂ ਘੜੀ ਲਾ ਕੇ ਟੇਬਲ ਦੇ ਉੱਪਰ ਰੱਖ ਦਿੱਤੀ। ਉਹੀ ਆਦਮੀ ਫਿਰ ਆ ਗਿਆ ਜਿਹੜਾ ਚੋਰ ਸੀ, ਜਿਹਨੇ ਮੇਰੀ ਪਿਛਲੀ ਵਾਰ ਘੜੀ ਚੋਰੀ ਕੀਤੀ ਸੀ, ਉਹ ਆਦਮੀ ਫਿਰ ਆ ਗਿਆ। ਮੈਂ ਉਹਦਾ ਸਵਾਗਤ ਕੀਤਾ, ਵੈਲਕਮ ਕੀਤਾ, ਉਹਨੂੰ ਪਾਣੀ ਪਿਲਾਇਆ, ਉਹਨੂੰ ਚਾਹ ਪਿਲਾਈ, ਉਹਦੀ ਸੇਵਾ ਕੀਤੀ, ਬੈਠ ਕੇ 2-4 ਘੰਟੇ ਗੱਪਾਂ ਸ਼ੱਪਾਂ ਹੋਈਆਂ, ਵਿਚਾਰਾਂ ਹੋਈਆਂ। ਫਿਰ ਉਹ
ਚੋਰ ਜਿਹੜਾ ਸੀ ਚਲਾ ਗਿਆ, ਕਿਉਂਕਿ ਪਿਛਲੀ ਵਾਰ ਉਹਨੇ ਮੇਰੀ ਘੜੀ ਚੋਰੀ ਕੀਤੀ ਸੀ, ਮੈਨੂੰ ਪਤਾ ਸੀ। ਮੈਂ ਉਹਨੂੰ ਪਛਾਣ ਲਿਆ ਵੀ ਇਹ ਚੋਰ ਹੈ, ਇਹ ਸੰਬੰਧਕ ਹੈ, ਚੋਰ ਹੈ, ਮੈਂ ਜਾਣ ਲਿਆ। ਜਦੋਂ ਉਹ ਚਲਾ ਗਿਆ, ਮੈਂ ਕੀ ਦੇਖਿਆ, ਮੇਰੇ ਟੇਬਲ ਦੇ ਉੱਪਰ ਤੇ ਘੜੀ ਪਈ ਹੋਈ ਹੈ, ਚੋਰੀ ਹੋਈ ਨਹੀਂ। ਫਿਰ ਮੈਨੂੰ ਕੀ ਹੱਕ ਉਸ ਆਦਮੀ ਨੂੰ ਚੋਰ ਕਹਿਣ ਦਾ? ਹਾਂ, ਇੱਕ ਦਿਨ ਉਹਨੇ ਚੋਰੀ ਕੀਤੀ ਸੀ, ਜਿਸ ਦਿਨ ਉਹਨੇ ਚੋਰੀ ਕੀਤੀ ਸੀ ਉਸ ਦਿਨ ਉਹ ਚੋਰ ਸੀ, ਪਰ ਅੱਜ ਉਹਨੇ ਚੋਰੀ ਨਹੀਂ ਕੀਤੀ, ਅੱਜ ਉਹ ਚੋਰ ਨਹੀਂ ਹੈ। ਮੈਂ ਰੋਜ਼-ਰੋਜ਼ ਉਹਦਾ ਪੱਕਾ ਹੀ ਉਹਦੇ ਮੱਥੇ ਤੇ ਚੋਰ ਦਾ ਠੱਪਾ ਕਿਉਂ ਲਗਾ ਦੇਵਾਂ? ਉਸ ਦਿਨ ਉਹਦੀ ਬਿਰਤੀ ਕੁਝ ਹੋਰ ਸੀ, ਅੱਜ ਉਹ ਗੁਰਮੁਖ ਵਾਲੀ ਬਿਰਤੀ ਨਾਲ ਆਇਆ, ਅੱਜ ਮੈਂ ਉਹਨੂੰ ਚੋਰ ਕਿਉਂ ਕਵਾਂ? ਸਾਡੀ ਹਾਲਤ ਪਤਾ ਕੀ ਦੁਨਿਆਵੀ, ਸਾਡੇ ਰਿਸ਼ਤੇ ਕਿਉਂ ਵਿਗੜਦੇ ਨੇ, ਦੁਸ਼ਮਣੀਆਂ ਕਿਉਂ ਨਹੀਂ ਖਤਮ ਹੁੰਦੀਆਂ? ਜਿਸ ਬਿਰਤੀ 'ਚ ਸਾਡੇ ਨਾਲ ਕੋਈ ਲੜ ਗਿਆ, ਅਸੀਂ ਉਹਨੂੰ ਪੱਕਾ ਹੀ ਸਮਝ ਲਿਆ ਕਿ ਬਿਰਤੀ ਇਹ ਹੈ ਤੇ ਲੜਾਕੂ ਹੈ, ਝਗੜਾਲੂ ਹੈ, ਮੇਰਾ ਦੁਸ਼ਮਣ ਹੈ। ਅਸੀਂ ਪੱਕਾ ਠੱਪਾ ਉਹਦੇ ਮੱਥੇ ਤੇ ਲਾ ਦਿੱਤਾ, ਇਹ ਝਗੜਾਲੂ, ਇਹ ਦੁਸ਼ਮਣ। ਕੀ ਪਤਾ ਉਸ ਸਮੇਂ ਦੀ ਸਿਚੁਏਸ਼ਨ ਕੀ ਹੋਵੇ, ਦੀ ਬਿਰਤੀ ਕੀ ਹੋਵੇ। ਅਗਲੀ ਵਾਰ ਜਦੋਂ ਮਿਲਦਾ, ਮੈਂ ਜੇ ਉਸੇ ਨਜ਼ਰ ਨਾਲ ਦੇਖਦਾ ਵਾਂ, ਫਿਰ ਮੈਂ ਗਲਤ ਹਾਂ, ਫਿਰ ਉਹ ਗਲਤ ਨਹੀਂ। ਫਿਰ ਹੋ ਸਕਦਾ ਅਗਲੀ ਵਾਰ ਉਹਦੀ ਸੋਚ, ਉਹਦੀ ਬਿਰਤੀ ਬਿਲਕੁਲ ਬਦਲ ਗਈ ਹੋਵੇ, ਕਿਉਂਕਿ ਪਲ ਪਲ ਮਨੁੱਖ ਦਾ ਮਨ ਬਦਲ ਜਾਂਦਾ ਵੈ। ਇੱਕ ਪਲ ਕੁਛ ਹੁੰਦਾ ਹੈ, ਅਗਲੇ ਪਲ ਕੁਛ ਹੋ ਜਾਂਦਾ, ਪਲ ਪਲ ਬਦਲਦਾ ਵੈ। ਇੱਕ ਪਲ ਬੜਾ ਹੀ ਇਮਾਨਦਾਰ ਹੁੰਦਾ ਹੈ, ਇੰਨਾ ਇਮਾਨਦਾਰ ਹੁੰਦਾ ਹੈ ਕਿ ਕਿਸੇ ਦਾ ਸੋਨੇ ਦਾ ਥੈਲਾ ਡਿੱਗਿਆ, ਚੁੱਕ ਕੇ ਉਹਦੇ ਘਰ ਫੜਾਉਣ ਚਲਾ ਜਾਂਦਾ ਹੈ, ਤੇ ਅਗਲੇ ਪਲ ਬੇਈਮਾਨ ਵੀ ਹੋ ਜਾਂਦਾ ਹੈ। ਕਿਸੇ ਦਾ ਰੁਪਇਆ ਡਿੱਗ ਜਾਏ ਤੇ ਪੈਰ ਰੱਖ ਕੇ ਖੜਾ ਹੋ ਜਾਂਦਾ ਵੀ ਜਾਏਗਾ ਤੇ ਮੈਂ ਚੁੱਕਾਂਗਾ। ਇੱਕ ਪਲ ਕਿਸੇ ਦੇ ਗਹਿਣੇ ਵਾਪਸ ਕਰ ਰਿਹਾ, ਦੂਜੇ ਪਲ ਰੇੜੀ ਤੋਂ ਆਲੂ ਚੁੱਕ ਕੇ ਲੈ ਜਾਂਦਾ ਕਰੇ, ਅਗਲੇ ਪਲ ਦਾ ਪਤਾ ਨਹੀਂ ਨਾ। ਤਾਂ ਹੀ ਤੇ ਮਨ ਨੂੰ ਚੰਚਲ ਬਾਲਕ ਕਿਹਾ ਹੋਇਆ, ਇਹ ਬਾਲਕ ਹੈ, ਜਿਹਦੇ ਨਾਲ ਹੱਸ ਖੇਡ ਰਿਹਾ, ਉਹਦੇ ਨਾਲ ਹੀ ਲੜ ਪੈਂਦਾ ਹੈ, ਅਗਲੇ ਦਿਨ ਫਿਰ ਉਹਦੇ ਨਾਲ ਖੇਡੀ ਜਾਂਦਾ ਹੈ। ਰਾਜਾ ਬਾਲਕ, ਇਹ ਮਨ ਵੀ ਚੰਚਲ ਬਾਲਕ ਹੈ। ਹੁਣ ਕੀ ਹੈ, ਜਦੋਂ ਉਹ ਆਦਮੀ ਮੇਰੇ ਆਫਿਸ ਚੋਂ ਵਾਪਸ ਗਿਆ, ਘੜੀ ਪਈ ਹੋਈ ਸੀ, ਮੈਂ ਹੀ ਸੋਚਦਾ ਰਿਹਾ ਚੋਰ, ਇਹ ਚੋਰ। ਉਸ ਦਿਨ ਚੋਰ ਨਹੀਂ ਸੀ ਉਹ, ਉਸ ਦਿਨ ਉਹ ਆਮ ਹੀ ਸੀ। ਮੇਰੀ ਘੜੀ ਬਚ ਗਈ, ਇਹਦਾ ਮਤਲਬ ਜੇ ਮੇਰੀ ਘੜੀ ਹੈ, ਚੋਰੀ ਨਹੀਂ ਹੋਈ, ਤੇ ਫਿਰ ਮੈਨੂੰ ਉਸ ਚੋਰ ਨੂੰ ਬਲੇਮ ਦੇਣ ਦਾ ਕੋਈ ਹੱਕ। ਦੇਖੋ ਹੁਣ ਗੁਰਬਾਣੀ 'ਚ ਐਸੇ ਵੀ ਪ੍ਰਮਾਣ ਆਉਂਦੇ ਨੇ, ਐਸੀਆਂ ਤੁਕਾਂ ਵੀ ਆਉਂਦੀਆਂ ਨੇ ਜਿੱਥੇ ਸੰਬੰਧਕ ਤੇ ਹੁੰਦਾ ਵੈ, ਪਰ ਸੰਬੰਧਕ ਤੋਂ ਪਹਿਲੇ ਅੱਖਰ ਇੱਕ ਵਚਨ ਪੁਲਿੰਗ ਨਾਉਂ ਦੀ ਔਂਕੜ ਕੱਟੀ ਨਹੀਂ ਜਾਂਦੀ। ਜਿਵੇਂ ਪਿਸ਼ਤ, ਨਜ਼ੀਕ, ਰਾਖ, ਰਹਿਮਾਨਾ ਤੁਹਾਡੇ ਸਾਹਮਣੇ ਹੈ। ਨਜ਼ੀਕ ਪ੍ਰੈਪੋਜੀਸ਼ਨ ਹੈ, ਸੰਬੰਧਕ ਹੈ। ਇਸ ਤੋਂ ਅੱਗੇ ਪਿਸ਼ਤ ਇੱਕ ਵਚਨ ਪੁਲਿੰਗ ਨਾਉਂ ਹੈ। ਪਿਸ਼ਤ ਮੈਨੇ ਬਹਿਸ਼ਤ, ਬਹਿਸ਼ਤ ਮੈਨੇ ਸਵਰਗ, ਮੁਸਲਮਾਨਾਂ ਦਾ ਸਵਰਗ, ਉਹਨੂੰ ਬਹਿਸ਼ਤ ਕਹਿੰਦੇ ਨੇ। ਉਹ ਇਹਦਾ ਉਚਾਰਨ ਬਹਿਸ਼ਤ ਗਲਤ ਹੈ, ਬਹਿਸ਼ਤ ਨਹੀਂ ਹੁੰਦਾ, ਬਹਿਸ਼ਤ ਹੁੰਦਾ ਵੈ। ਬਹਿਸ਼ਤ ਨੂੰ ਇੱਥੇ ਪਿਸ਼ਤ ਕਰਕੇ ਲਿਖਿਆ ਹੈ, ਸੱਸੇ ਦੇ ਪੈਰ 'ਚ ਬਿੱਦੀ ਦਾ ਉਚਾਰਨ ਕਰਨਾ ਪਏਗਾ ਤਾਂ ਅਰਥ ਸਪਸ਼ਟ ਹੋਣਗੇ। ਪਿਸ਼ਤ ਕੋਈ ਸ਼ਬਦ ਨਹੀਂ ਹੈ, ਪਿਸ਼ਤ ਬਹਿਸ਼ਤ ਤੋਂ ਬਣਿਆ। ਪਿਸ਼ਤ ਮੈਨੇ ਸਵਰਗ, ਜੇ ਤੇ ਨਜ਼ੀਕ ਨੂੰ ਪਿਸ਼ਤ ਨਾਲ ਜੋੜ ਦਿੱਤਾ ਵੀ ਨਜ਼ੀਕ ਪਿਸ਼ਤ ਦੇ ਨਾਲ ਸੰਬੰਧਿਤ ਹੈਗਾ, ਨਜ਼ੀਕ ਮੈਨੇ ਨੇੜੇ, ਫਿਰ ਤੇ ਅਰਥ ਬਣ ਜਾਏਗਾ ਸਵਰਗ ਦੇ ਨੇੜੇ। ਪਿਸ਼ਤ ਨਜ਼ੀਕ, ਸਵਰਗ ਦੇ ਨੇੜੇ। ਰਾਖ ਮੈਨੇ ਰੱਖ ਲੈ, ਅਸੀਂ ਪਿੱਛੇ ਕਰ ਗਏ ਕਿਰਿਆ ਦੇ ਵਿੱਚ, ਰਾਖ ਦੇ ਖੱਤੇ ਨੂੰ ਉੱਪਰ ਆ ਜਾਏ ਤੇ ਮੱਧਮ ਪੁਰਖ ਇੱਕ ਵਚਨ ਨੂੰ, ਮੱਧਮ ਪੁਰਖ ਨੂੰ ਹੁਕਮੀ ਜਾਂ ਬੇਨਤੀ ਹੁੰਦੀ ਹੈ ਵੀ ਤੂੰ ਰੱਖ। ਰਾਖ ਰਹਿਮਾਨਾ, ਹੇ ਰਹਿਮਾਨ, ਹੇ ਰੱਬ ਜੀ, ਰਹਿਮ ਕਰਨ ਵਾਲੇ ਰੱਬ ਜੀ, ਰੱਖ ਲੈ। ਇਹਦਾ ਅਰਥ ਬਣ ਜਾਏਗਾ ਪਿਸ਼ਤ ਨਜ਼ੀਕ, ਰਾਖ ਰਹਿਮਾਨਾ, ਇਹ ਰੱਬ ਜੀ ਮੈਨੂੰ ਸਵਰਗ ਦੇ ਨੇੜੇ ਰੱਖ। ਪਿਸ਼ਤ ਨਜ਼ੀਕ, ਰਾਖ, ਸਵਰਗ ਦੇ ਨੇੜੇ ਰੱਖ, ਰਹਿਮਾਨਾ ਮੇਰੇ ਰਹਿਮਾਨ। ਫਿਰ ਕੀ ਹੋਏਗਾ? ਅਰਥਾਂ ਦੇ ਅਨਰਥ ਤੇ ਹੋਣਗੇ, ਅਸੀਂ ਗੁਰਮਤ ਤੋਂ ਵੀ ਮਨਮਤ ਵਿੱਚ ਪਹੁੰਚ ਜਾਵਾਂਗੇ, ਕਿਉਂਕਿ ਗੁਰਮਤ ਨੇ ਤੇ ਸਵਰਗਾਂ ਨਰਕਾਂ ਨੂੰ ਮੰਨਿਆ ਹੀ ਨਹੀਂ ਹੈਗਾ। ਅਸੀਂ ਤੇ ਕੈਂਸਲ ਕਰ ਦਿੱਤੇ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਅਸੀਂ ਦੋਨੋਂ ਰੱਦ ਕਰ ਦਿੱਤੇ। ਜੇ ਇਹਦੇ ਅਰਥ ਇਹ ਕਰਾਂਗੇ ਪਿਸ਼ਤ ਨਜ਼ੀਕ, ਸਵਰਗ ਦੇ ਨੇੜੇ, ਰਾਖ ਮੈਨੇ ਰੱਖ ਲੈ ਰਹਿਮਾਨਾ, ਕਿ ਰੱਬ ਮੈਨੂੰ ਸਵਰਗ ਦੇ ਨੇੜੇ ਰੱਖ, ਫਿਰ ਤੇ ਗੁਰਮਤ ਵੀ ਖਤਮ ਹੋ ਗਈ ਤੇ ਅਰਥ ਵੀ ਅਨਰਥ ਹੋ ਗਏ। ਦੇਖੋ ਕੋਈ ਸੂਰਮਾ ਨਾ ਆਪਣੇ ਸਰਾਣੇ ਆਪਣੇ ਹਥਿਆਰ ਲਾ ਕੇ ਰੱਖ ਕੇ ਸੌਂ ਜਾਏ, ਅਵੇਸਲਾ ਹੋ ਕੇ, ਲਾਪਰਵਾਹ ਹੋ ਕੇ ਸੌਂ ਜਾਏ, ਸੂਰਮਾ ਹੈ, ਬਹਾਦਰ ਹੈ, ਪਰ ਉਹਨੇ ਆਪਣੇ ਹਥਿਆਰ ਲਾ ਕੇ ਕੋਲ ਰੱਖ ਦਿੱਤੇ ਤੇ ਆਪ ਸੌਂ ਗਿਆ। ਉੱਤੋਂ ਆ ਜਾਵੇ ਦੁਸ਼ਮਣ, ਉਹ ਕੀ ਕਰੇਗਾ? ਉਸੇ ਦੇ ਹਥਿਆਰ ਨੂੰ ਚੁੱਕ ਕੇ ਉਸੇ ਨੂੰ ਉਸੇ ਦੇ ਹਥਿਆਰ ਨਾਲ ਹੀ ਮਾਰ ਕੇ ਖਤਮ ਕਰ ਦੇਗਾ। ਸਾਡੇ ਨਾਲ ਇਹ ਕੁਝ ਹੀ ਹੋਇਆ। ਜਿਹੜੇ ਆਖਰੀ ਅੱਖਰ ਦੇ ਔਂਕੜ ਤੇ ਸਿਹਾਰੀਆਂ ਸਨ,
ਇਹ ਬੜੇ ਕੀਮਤੀ ਹਥਿਆਰ ਸਨ ਸਾਡੇ ਗੁਰਬਾਣੀ ਵਿਆਕਰਨ ਦੇ, ਬੜੇ ਕੀਮਤੀ ਵੈਪਨਸ ਨੇ ਇਹ ਬੜੇ ਕੀਮਤੀ, ਜਿਨ੍ਹਾਂ ਨਾਲ ਅਸੀਂ ਗੁਰਮਤ ਤੇ ਮਨਮਤ ਨੂੰ ਨਖੇੜਨਾ ਸੀ। ਇਹਨਾਂ ਹਥਿਆਰਾਂ ਨਾਲ ਮਨਮਤ ਦਾ ਨਾਸ਼ ਕਰਨਾ ਸੀ, ਗੁਰਮਤ ਦੀ ਰਖਵਾਲੀ ਕਰਨੀ ਸੀ। ਪਰ ਕੀ ਹੋਇਆ? ਅਸੀਂ ਅਵੇਸਲੇ ਹੋ ਗਏ ਇਹਨਾਂ ਔਂਕੜਾਂ ਸਿਆਰੀਆਂ ਤੋਂ। ਸਾਨੂੰ ਪਤਾ ਨਹੀਂ ਕਿਉਂ ਲੱਗੀਆਂ ਨੇ ਔਂਕੜਾਂ, ਕਿਉਂ ਲੱਗੀਆਂ ਨੇ ਸਿਆਰੀਆਂ। ਅਸੀਂ ਅਵੇਸਲੇ ਹੋ ਕੇ ਸੌ ਗਏ। ਦੁਸ਼ਮਣ ਨੂੰ ਪਤਾ ਹੈ, ਉਹਨੇ ਚੁੱਕ ਲਿਆ ਸਾਡੇ ਹਥਿਆਰ ਨੂੰ, ਔਂਕੜਾਂ ਤੇ ਸਿਆਰੀਆਂ ਨੂੰ ਚੁੱਕ ਕੇ ਉਹਨੇ ਸਾਡੇ ਤੇ ਵਾਰ ਕਰਕੇ ਸਾਨੂੰ ਵਹਿਮਾਂ ਭਰਮਾਂ 'ਚ ਫਸਾ ਦਿੱਤਾ, ਮਨਮਤ ਦੇ ਡੂੰਘੇ ਸਾਗਰ 'ਚ ਸੁੱਟ ਦਿੱਤਾ, ਸਾਨੂੰ ਉਲਝਾ ਕੇ ਰੱਖ ਦਿੱਤਾ। ਅਸੀਂ ਗੁਰਬਾਣੀ ਵਿਆਕਰਨ ਨੂੰ ਸਮਝਿਆ ਨਹੀਂ ਤੇ ਕਰਮ ਕਾਂਡਾਂ ਵਿੱਚ ਉਲਝ ਕੇ ਰਹਿ ਗਏ। ਅਸੀਂ ਪੜਾਂਗੇ ਪਿਸ਼ਤ ਨਜ਼ੀਕ ਰਾਖ ਰਹਿਮਾਨਾ, ਇਹ ਰੱਬ ਮੈਨੂੰ ਸਵਰਗ ਦੇ ਨੇੜੇ ਰੱਖ। ਤੇ ਜੇ ਸਾਨੂੰ ਸਮਝ ਆਉਂਦੀ ਵੀ ਪਿਸ਼ਤ ਦੇ ਤੱਤੇ ਨੂੰ ਔਂਕੜ ਲੱਗੀ ਹੋਈ ਹੈ ਤੇ ਨਜ਼ੀਕ ਦਾ ਪਿਸ਼ਤ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਚੋਰ ਤੇ ਹੈ ਨਜ਼ੀਕ, ਪਰ ਉਹਨੇ ਪਿਸ਼ਤ ਦੇ ਤੱਤੇ ਦੀ ਔਂਕੜ ਚੋਰੀ ਨਹੀਂ ਕੀਤੀ। ਇਸ ਕਰਕੇ ਨਜ਼ੀਕ ਅਲੱਗ ਹੋ ਗਿਆ, ਪਿਸ਼ਤ ਅਲੱਗ ਹੋ ਗਿਆ, ਇਹ ਦੋਨੋਂ ਵੱਖ-ਵੱਖ ਹੋ ਗਏ। ਪਿਸ਼ਤ ਮੈਨੇ ਇਹੀ ਸਵਰਗ ਹੈ। ਕਿਹੜਾ ਸਵਰਗ ਹੈ ਜੀ? ਨਜ਼ੀਕ ਰਾਖ ਰਹਿਮਾਨਾ, ਇਹ ਰੱਬ ਜੀ ਤੂੰ ਮੈਨੂੰ ਆਪਣੇ ਨੇੜੇ ਰੱਖ, ਮੇਰੇ ਲਈ ਆਹੀ ਸਵਰਗ ਹੈ। ਇੱਕ ਔਂਕੜ ਨੇ ਸਾਨੂੰ ਕਰਮ ਕਾਂਡ ਤੋਂ ਬਚਾ ਲਿਆ, ਇੱਕ ਔਂਕੜ ਨੇ ਭੁਲੇਖਿਆਂ ਤੋਂ ਬਚਾ ਲਿਆ, ਇੱਕ ਔਂਕੜ ਨੇ ਸਾਡੀ ਅਕਾਲਪਨਿਕ ਨਰਕਾਂ ਸਵਰਗਾਂ ਤੋਂ ਸਾਡੀ ਰਖਵਾਲੀ ਕਰਕੇ ਸਾਨੂੰ ਬਚਾ ਲਿਆ। ਇਸ ਕਰਕੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਈਂ, ਕੋਈ ਕਿਤੇ ਨਹੀਂ ਫੜਿਆ ਜਾਏਗਾ। ਜੇ ਸੱਤ ਕਰੇਗਾ ਉਸ ਹੱਥ ਭੋਗੇਗਾ, ਇਹਨੂੰ ਕਹਿੰਦੇ ਨੇ ਕਰਮ ਭੂਮੀ। ਇਸ ਕਰਕੇ ਨਜ਼ੀਕ ਦੇ ਅੱਗੇ ਪਿਸ਼ਤ ਦੇ ਤੱਤੇ ਨੂੰ ਔਂਕੜ ਲਗਾ ਦਿੱਤੀ ਗੁਰੂ ਸਾਹਿਬ ਨੇ, ਤਾਂ ਕਿ ਕੋਈ ਇਹਦਾ ਅਰਥ ਇਕੱਠਾ ਨਾ ਕਰ ਦੇਵੇ ਕਿ ਸਵਰਗ ਦੇ ਨੇੜੇ ਰੱਖ, ਇਹ ਰੱਬ ਜੀ ਗਲਤ ਹੋ ਜਾਏਗਾ। ਪਿਸ਼ਤ ਦੇ ਤੱਤੇ ਨੂੰ ਔਂਕੜ ਲਾ ਦਿੱਤੀ, ਮਤਲਬ ਨਜ਼ੀਕ ਦਾ ਪਿਸ਼ਤ ਨਾਲ ਕੋਈ ਸੰਬੰਧ ਨਹੀਂ ਹੈ, ਉਹਨੇ ਕੋਈ ਚੋਰੀ ਨਹੀਂ ਕੀਤੀ ਪਿਸ਼ਤ ਦੀ। ਨਜ਼ੀਕ ਅਲੱਗ ਹੈਗਾ, ਪਿਸ਼ਤ ਆਪਣੇ ਘਰ ਬੈਠਾ ਹੋਇਆ ਹੈ। ਪਿਸ਼ਤ ਇਹੀ ਸਵਰਗ ਹੈ। ਕਿਹੜਾ? ਨਜ਼ੀਕ ਰਾਖ ਰਹਿਮਾਨਾ, ਇਹ ਰਹਿਮਾਨ ਮੈਨੂੰ ਆਪਣੇ ਨੇੜੇ ਰੱਖ, ਮੇਰੇ ਲਈ ਇਹੀ ਸਵਰਗ ਹੈ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕਾ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤਰ ਆਤ। ਆ ਮੇਰਾ ਸਵਰਗ। ਮੇਰਾ ਸਵਰਗ ਕਿੱਥੇ ਹੈ? ਜਿੱਥੇ ਗੁਰਮੁਖ ਜਨ ਬੈਠੇ ਹੋਣ, ਬੈਕੁੰਠ ਨਗਰ ਜਹਾਂ ਸੰਤ ਵਾਸਾ। ਮੇਰਾ ਸਵਰਗ ਕਿੱਥੇ ਹੈ? ਸਾਧ ਸੰਗਤ। ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਮੇਰਾ ਸਵਰਗ ਕਿੱਥੇ ਹੈ? ਜਿੱਥੇ ਗੁਰਬਾਣੀ ਦਾ ਕੀਰਤਨ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਨੂੰ ਆਪ ਕਰਾਏ ਤਹਾਂ ਬੈਕੁੰਠ ਚਾਹੇ ਕੀਰਤਨ ਤੇਰਾ ਵਾਪੇ ਸ਼ਰਧਾ ਨਾਹੀਂ। ਮੇਰਾ ਸਵਰਗ ਇੱਥੇ ਹੈ। ਇਸ ਕਰਕੇ ਮੈਂ ਕਿਸੇ ਸਵਰਗ 'ਚ ਨਹੀਂ ਜਾਣਾ, ਮੈਨੂੰ ਆਪਣੇ ਨੇੜੇ ਰੱਖ, ਮੇਰੇ ਲਈ ਆਹੀ ਸਵਰਗ ਹੈ। ਇੱਕ ਔਂਕੜ ਨੇ ਸਾਨੂੰ ਸਵਰਗਾਂ ਦੇ ਚੱਕਰਾਂ ਤੋਂ ਮੁਕਤ ਕਰ ਦਿੱਤਾ। ਜਦੋਂ ਅਸੀਂ ਵਿਆਕਰਨ ਨੂੰ ਸਮਝਾਂਗੇ, ਪਿਸ਼ਤ ਦੇ ਤੱਤੇ ਨੂੰ ਔਂਕੜ ਆ ਗਈ। ਨਜ਼ੀਕ ਦਾ ਪਿਸ਼ਤ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਉਹਨੇ ਤੱਤੇ ਦੀ ਔਂਕੜ ਨਹੀਂ ਖਾਧੀ। ਨਜ਼ੀਕ ਅਲੱਗ ਚੀਜ਼ ਹੈ, ਪਿਸ਼ਤ ਅਲੱਗ ਚੀਜ਼ ਹੈ। ਇਸ ਕਰਕੇ ਇੱਥੇ ਕੌਮਾ ਪਾਣਾ ਪਏਗਾ, ਅਰਧ ਵਿਸਰਾਮ ਦੇਣਾ ਪਏਗਾ। ਪਿਸ਼ਤ ਇਹੀ ਸਵਰਗ ਹੈ, ਨਜ਼ੀਕ ਰਾਖ ਰਹਿਮਾਨਾ, ਮੈਨੂੰ ਆਪਣੇ ਨੇੜੇ ਰੱਖ। ਹੁਣ ਦੇਖੋ ਇਹਦਾ ਹੱਲ ਅਗਲੇ ਭਾਗ ਦੇ ਵਿੱਚ। ਹਾਂ, ਦੂਸਰਾ ਭਾਗ ਕਰ ਦਿਓ ਜੀ। ਹੁਣ ਇਸ ਤੁਕ ਦੇ ਵਿੱਚ ਗਲਤੀ ਕਿੱਥੇ ਹੈ? ਸਾਨੂੰ ਸਿਧਾਂਤ ਨੇ, ਗੁਰਬਾਣੀ ਨੇ ਅਖੌਤੀ ਸਵਰਗਾਂ ਨਰਕਾਂ ਦੇ ਚੱਕਰਾਂ ਤੋਂ ਬਚਾਇਆ ਹੋਇਆ ਹੈ। ਇਹਦਾ ਠੀਕ ਅਰਥ ਬਣੇਗਾ, ਥੱਲੇ ਦੇਖੋ, ਪਿਸ਼ਤ, ਪਿਸ਼ਤ ਤੇ ਵਿਸਰਾਮ ਹੈ, ਨਜ਼ੀਕ ਰਾਖ ਰਹਿਮਾਨਾ। ਇੱਥੇ ਤੁਕ ਦਾ ਅਰਥ ਬਣੇਗਾ ਕਿ ਪ੍ਰਭੂ ਆਪਣੇ ਨੇੜੇ ਰੱਖ, ਮੇਰੇ ਲਈ ਇਹੋ ਸਵਰਗ ਹੈ। ਠੀਕ ਹੈ ਜੀ। ਹੁਣ ਮੈਂ ਇਹਨੂੰ ਜੇ ਤੁਸੀਂ ਸਕਰੀਨਸ਼ਾਟ ਲੈਣਾ ਤੇ ਆਪ ਲੈ ਸਕਦੇ ਹੋ, ਤੇ ਦੂਜੇ ਭਾਗ ਨੂੰ ਚੰਗੀ ਤਰ੍ਹਾਂ ਦੇਖ ਲਓ, ਫਿਰ ਮੈਂ ਇਹਦੇ ਤੀਜੇ ਭਾਗ ਵੱਲ ਆਵਾਂਗੀ। ਤੀਜਾ ਭਾਗ, ਹਾਂਜੀ ਤੀਜਾ ਭਾਗ ਚਿਰੰਜੀਵ ਜੀ ਕਰ ਦਿਓ। ਇਸ ਤਰ੍ਹਾਂ ਦੇ ਗੁਰਬਾਣੀ ਚ ਹੋਰ ਬਹੁਤ ਸਾਰੇ ਸ਼ਬਦ ਨੇ, ਉਹਨਾਂ ਨੂੰ ਵੀ ਅਸੀਂ ਸਮਝ ਲਈ। ਅਸੀਂ ਕਹਿੰਦੇ ਹਾਂ ਮਨ ਮਹਿ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ। ਪ੍ਰਭੂ ਦਾ ਨਾਮ ਜੋ ਹੈ ਮਨ ਨੂੰ ਮਾਣਕ ਹੈ, ਲਾਲ ਹੈ, ਰਤਨ ਹੈ, ਹੀਰ ਹੈ। ਇੱਕ ਮਨੁੱਖ ਦੇ ਮਨ ਵਿੱਚ ਵਸਦਾ ਹੈ। ਮਨ ਦੇ ਨੰਨੇ ਦੀ ਔਂਕੜ ਕੱਟੀ ਗਈ, ਕਿਉਂ? ਮੈਂ ਸੰਬੰਧਕ ਨੇ, ਮਨ ਦੇ ਨੰਨੇ ਦੀ ਔਂਕੜ ਖਤਮ ਕਰ। ਹੁਣ ਅਗਲੀ ਇੱਕ ਤੁਕ ਹੋਰ ਵੀ ਹੈ, ਜਿੱਥੇ ਅੱਗੇ ਸੰਬੰਧਕ ਤੇ ਆਏਗਾ ਮਨ ਤੋਂ ਬਾਅਦ, ਪਰ ਮਨ ਦੀ ਔਂਕੜ ਜਾਏਗੀ ਨਹੀਂ। ਹਾਲਾਂਕਿ ਸੰਬੰਧਕ ਤੇ ਔਂਕੜ ਚੋਰੀ ਕਰਦਾ ਹੈ ਨਾ। ਮਨ ਮੈਂ ਨੇ ਮਨ ਦੇ ਨੰਨੇ ਦੀ ਔਂਕੜ ਚੋਰੀ ਕਰ ਲਈ। ਮਨ ਵਿੱਚ, ਮਨ ਮੈਂ,
ਮਾਣਕ ਲਾਲ ਨਾਮ ਰਤਨ ਪਦਾਰਥ ਹੀ, ਕਿ ਮਨ ਦੇ ਵਿੱਚ ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਜਿਹੜਾ ਪ੍ਰਭੂ ਦਾ ਨਾਮ ਹੈ। ਹੁਣ ਇਸੇ ਤਰ੍ਹਾਂ ਇੱਕ ਤੁਕ ਹੈਗੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਇੱਥੇ ਮਨ ਦੇ ਨਾਲ ਸੰਬੰਧਕ ਆ ਗਿਆ ਵਿੱਚ, ਪਰ ਇੱਥੇ ਮਨ ਦੀ ਔਂਕੜ ਨਹੀਂ ਕੱਢੀ ਗਈ। ਜੇ ਅਸੀਂ ਕਵਾਂਗੇ ਨਾ ਕਾਇਆ ਆਰਣ, ਆਰਣ ਕਹਿੰਦੇ ਨੇ ਭੱਠੀ ਨੂੰ, ਕਾਇਆ ਭੱਠੀ ਹੈ, ਮਨ ਵਿੱਚ ਲੋਹਾ, ਮਨ ਦੇ ਵਿੱਚ ਤੇ ਕੋਈ ਲੋਹਾ ਨਹੀਂ ਹੁੰਦਾ, ਮਨ ਤੇ ਕਹਿੰਦੀ ਸੋਚਾਂ ਨੂੰ ਨੇ, ਸਾਡੇ ਵਿਚਾਰ, ਸਾਡੀ ਸੋਚ ਜਿਹੜੀ ਨੇ ਉਹ ਸਾਡਾ ਮਨ ਹੈ। ਮਨ ਹੈ ਸਾਡੇ ਸੰਕਲਪਾਂ ਵਿਕਲਪਾਂ ਦੀ ਉਧੇੜ ਬੁਣ ਦਾ ਨਾਮ, ਸੰਕਲਪ ਤੇ ਵਿਕਲਪ ਦੇ ਸੰਗ੍ਰਹਿ ਦਾ ਨਾਮ ਹੈ ਮਨ। ਔਰ ਇੱਕ ਦਿਨ ਦੇ ਵਿੱਚ 60,000 ਦੇ ਕਰੀਬ ਵਿਚਾਰ ਸਾਡੇ ਮਨ ਵਿੱਚ ਆਉਂਦੇ ਨੇ। 60,000 ਐਵਰੇਜ ਹੈ, ਔਸਤ ਹੈ, ਜਿਹੜੇ ਇੱਕ ਦਿਨ ਦੇ ਵਿੱਚ ਸਾਡੇ ਮਨ 'ਚ ਵਿਚਾਰ ਆਉਂਦੇ ਨੇ। ਇਹਨਾਂ ਵਿਚਾਰਾਂ ਦਾ ਨਾਮ ਹੀ ਮਨ ਹੈ। ਇੱਥੇ ਇੱਕ ਗੱਲ ਹੋਰ ਵੀ ਸਮਝ ਲਿਓ, ਕਈ ਐਸੇ ਨੇ ਜਿਹੜੇ ਸਾਡੇ 'ਚ ਬੜੇ ਭੁਲੇਖੇ ਪਾਉਂਦੇ ਨੇ ਕਿ ਜੀ ਉਨਮਨ ਅਵਸਥਾ ਚਾਹੀਦੀ। ਉਨਮਨ ਉਹ ਅਵਸਥਾ ਹੁੰਦੀ ਜਿੱਥੇ ਮਨ ਨਹੀਂ ਹੁੰਦਾ, ਜਿੱਥੇ ਕੋਈ ਵਿਚਾਰ ਨਹੀਂ ਹੁੰਦਾ। ਉਹ ਫਿਰ ਸਮਾਧੀਆਂ ਲਾ ਕੇ ਬੈਠੇ ਰਹਿਣਗੇ ਵੀ ਅਸੀਂ ਇਹੋ ਜਿਹੀ ਸਮਾਧੀ ਚਾਹੀਏ ਜਿੱਥੇ ਕੋਈ ਵਿਚਾਰ ਬਚੇ ਨਾ। ਪਹਿਲੀ ਗੱਲ, ਇਹੋ ਜਿਹੀ ਸਮਾਧੀ ਕੋਈ ਨਹੀਂ ਆਉਂਦੀ ਹੁੰਦੀ ਜਿੱਥੇ ਕੋਈ ਵਿਚਾਰ ਨਾ ਬਚੇ। ਇੱਕ ਸੈਕਿੰਡ ਲਈ ਮੰਨੋ ਕਿ ਹੁਣ ਇੱਕ ਸੈਕਿੰਡ ਆਇਆ ਵੀ ਕੋਈ ਵਿਚਾਰ ਨਹੀਂ, ਹੁਣ ਇਹ ਵੀ ਤੇ ਆਪਣੇ ਆਪ 'ਚ ਇੱਕ ਵਿਚਾਰ ਹੀ ਹੈ ਨਾ, ਵੀ ਹੁਣ ਕੋਈ ਵਿਚਾਰ ਨਹੀਂ, ਇਹ ਵੀ ਤੇ ਵਿਚਾਰ ਹੈ। ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾ ਕਿ ਵਿਚਾਰ ਤੋਂ ਬਿਨਾਂ ਮਨ। ਹਾਂ, ਉਨਮਨ ਦਾ ਮਤਲਬ ਜਿੱਥੇ ਵਿਕਾਰਾਂ ਵਾਲੇ ਵਿਚਾਰ ਨਹੀਂ ਹਨ, ਜਿੱਥੇ ਚੰਗੀ ਸੋਚ ਵਾਲੇ ਵਿਚਾਰ ਹਨ। ਵਿਕਾਰਾਂ ਵਾਲੇ ਵਿਚਾਰ ਮਰ ਗਏ, ਉੱਥੇ ਮਨ ਮਰ ਗਿਆ ਵਿਕਾਰਾਂ ਵਾਲਾ। ਉਹ ਹੈ ਉਸ ਮਨ ਨੂੰ ਮਾਰ ਕੇ ਧਰਮ ਵਾਲਾ ਮਨ ਜਿਉਂਦਾ ਕਰਨਾ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਉਹ ਵਿਕਾਰਾਂ ਵਾਲਾ ਮਨ ਮਾਰਿਆ, ਵਿਕਾਰਾਂ ਵਾਲੀ ਸੋਚ ਮਾਰੀ ਹੈ। ਅਣਿਆਲੇ ਅਣੀਆਂ ਰਾਮ ਰਾਜ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ। ਜੀਵਨ ਮੁਕਤ ਸੋ ਆਖਿਆ ਮਰ ਜੀਵੈ ਮਰੀਆ। ਜਿਹੜਾ ਮਰ ਕੇ ਜਿਉਂਦਾ ਹੈ ਨਾ ਨਵਾਂ ਮਨ, ਉਹ ਗੁਰਮਤਿ ਦੇ ਵਿਚਾਰਾਂ ਵਾਲਾ। ਤੇ ਜਿਹੜੇ ਕਹਿੰਦੇ ਨੇ ਸਾਡਾ ਜੀ ਇਹੋ ਜਿਹੀ ਅਵਸਥਾ ਆ ਗਈ ਵੀ ਇੱਕ ਸੈਕਿੰਡ ਲਈ ਕੋਈ ਵਿਚਾਰ ਨਹੀਂ ਸੀ ਬਚਿਆ, ਦੁਕਾਨਾਂ ਤੇ ਉਦਾਂ ਹੀ ਉਹ ਘੱਟ ਤੋਲਦੇ ਨੇ, ਉਦਾਂ ਹੀ ਲੋਕਾਂ ਨੂੰ ਠੱਗੀ ਜਾਂਦੇ ਨੇ, ਬੇਈਮਾਨੀਆਂ ਵੀ ਕਰ ਰਹੇ ਨੇ, ਕ੍ਰੋਧ ਵੀ ਕਰ ਰਹੇ ਨੇ, ਲੜਾਈ ਝਗੜੇ ਸਭ ਕੁਝ ਕਰ ਰਹੇ ਨੇ। ਕਿੱਥੇ ਗਈ ਜੀ ਉਹ ਅਵਸਥਾ ਜਿਹੜੀ ਇੱਕ ਸੈਕਿੰਡ ਵਿਚਾਰ ਨਹੀਂ ਸੀ ਬਚਿਆ? ਉਹਦਾ ਕੀ ਫਲ ਮਿਲਿਆ, ਨਤੀਜਾ ਕੀ ਨਿਕਲਿਆ? ਕੁਝ ਵੀ ਨਹੀਂ। 2-2 ਘੰਟੇ ਬੈਠੇ ਰਹੇ ਜੀ, ਉਹ ਅਵਸਥਾ ਆ ਜਾਏ ਵੀ ਕੋਈ ਵਿਚਾਰ ਨਾ ਬਚੇ। ਨਹੀਂ, ਏਦਾਂ ਨਹੀਂ ਹੁੰਦਾ। ਮਨ 'ਚ ਵਿਚਾਰ ਚੱਲਦੇ ਰਹਿਣੇ ਨੇ। ਹਾਂ, ਬੁਰੇ ਵਿਚਾਰਾਂ ਵਾਲੇ ਮਨ ਨੂੰ ਮਾਰ ਕੇ ਚੰਗੇ ਵਿਚਾਰਾਂ ਵਾਲੇ ਮਨ ਨੂੰ ਜਨਮ ਦੇਣਾ ਹੈ। ਇੱਕ ਵੱਖਰਾ ਬਹੁਤ ਵੱਡਾ ਵਿਸ਼ਾ ਹੈ। ਮਨ ਦੇ ਵਿੱਚ ਲੋਹਾ ਨਹੀਂ ਹੁੰਦਾ, ਮਨ ਵਿੱਚ ਵਿਚਾਰ ਹੁੰਦੇ। ਇਸ ਕਰਕੇ ਇੱਥੇ ਵਿੱਚ ਤੋਂ ਪਹਿਲਾਂ ਮਨ ਦੇ ਨੰਨੇ ਨੂੰ ਔਂਕੜ ਆ ਗਈ। ਇਹਦਾ ਮਤਲਬ ਵਿੱਚ ਨੇ ਮਨ ਦੇ ਨੰਨੇ ਦੀ ਔਂਕੜ ਚੋਰੀ ਨਹੀਂ ਕੀਤੀ। ਇੱਥੇ ਵਿੱਚ ਚੋਰ ਨਹੀਂ ਹੈ ਮਨ ਦਾ, ਮਨ ਦੀ ਔਂਕੜ ਪਈ ਹੋਈ ਇਹਦੇ ਕੋਲ। ਇਸ ਕਰਕੇ ਮਨ ਦੇ ਇੱਥੇ ਕੌਮਾ ਲਗਾਉਣਾ ਪਏਗਾ, ਰੁਕਣਾ ਪਏਗਾ। ਮਨ ਕਾਇਆ ਆਰਣ, ਸਰੀਰ ਭੱਠੀ ਹੈ। ਮਨ ਕੀ ਹੈ? ਵਿੱਚ ਲੋਹਾ, ਉਸ ਭੱਠੀ ਵਿੱਚ ਲੋਹਾ ਹੈ। ਗੱਲ ਭੱਠੀ ਦੀ ਚੱਲ ਰਹੀ ਇੱਥੇ। ਉਸ ਸਰੀਰ ਭੱਠੀ ਵਿੱਚ ਮਨ ਲੋਹਾ ਹੈ। ਵਿੱਚ ਦਾ ਸੰਬੰਧ ਆਰਣ ਦੇ ਨਾਲ ਹੈ, ਕਾਇਆ ਦੇ ਨਾਲ ਹੈ। ਕਾਇਆ ਆਰਣ ਮਨ, ਇੱਥੇ ਕੋਮਾ, ਕਿਉਂਕਿ ਵਿੱਚ ਨੇ ਮਨ ਦੀ ਔਂਕੜ ਖਾਧੀ ਨਹੀਂ, ਇਸ ਕਰਕੇ ਵਿੱਚ ਪਰੇ ਹੋ ਗਿਆ। ਮਨ ਤੇ ਵਿੱਚ ਅਲੱਗ-ਅਲੱਗ ਹੋ ਗਏ। ਮਨ ਕੀ ਹੈ? ਵਿੱਚ ਲੋਹਾ। ਇਸ ਕਾਇਆ ਰੂਪੀ ਭੱਠੀ ਵਿੱਚ ਲੋਹਾ ਹੈ। ਪੰਚ ਅਗਨ ਤਿਤ ਲਾਗ ਰਹੀ। ਹਾਂ, ਇੱਥੇ ਮੈਨੂੰ ਹੁਣੇ ਕਿਸੇ ਦਾ ਮੈਸੇਜ ਡਿਸਪਲੇ ਹੋਇਆ, ਮੈਂ ਚੰਗੀ ਤਰ੍ਹਾਂ ਦੇਖ ਨਹੀਂ ਸਕਿਆ, ਪਰ ਮੈਂ ਫਿਰ ਵੀ ਦੱਸ ਦਵਾਂ। ਜਿਸ, ਇਸ, ਤਿਸ, ਕਿਸ, ਇਕਤ, ਕਿਚਰ, ਇਹ ਜਿਹੜੇ ਸ਼ਬਦ ਹੈਗੇ ਨੇ, ਇਹਨਾਂ ਸ਼ਬਦਾਂ ਦੀ ਔਂਕੜ ਤੇ ਨਾ ਔਂਕੜ ਆਉਣ ਦੇ ਵੱਖਰੇ ਨਿਯਮ ਨੇ। ਇਹ ਯਾਦ ਰੱਖਿਓ। ਤੁਧ ਦੇ ਧੱਦੇ ਨੂੰ ਔਂਕੜ ਆਉਣ ਤੇ ਨਾ ਆਉਣ ਦੇ ਵੱਖਰੇ ਨਿਯਮ ਹਨ। ਮੈਂ ਥੋੜਾ ਜਿਹਾ ਸਪਸ਼ਟ ਕਰ ਦਿਆਂ, ਠੀਕ ਹੈ ਜੀ। ਮੈਂ ਹੁਣੇ ਇਹ ਡਿਸਪਲੇ ਹੋਇਆ ਸੀ ਤਾਂ ਕਿ ਇੱਕਦਮ ਮੈਨੂੰ ਯਾਦ ਆ ਗਿਆ ਕਿ ਮੈਂ ਦੱਸ ਦਵਾਂ। ਇਸ, ਜਿਸ, ਕਿਸ, ਜਿਸ, ਇਸ, ਕਿਸ, ਤਿਸ, ਇਹਨਾਂ ਦੀ ਔਂਕੜ ਤੇ ਆਉਣ ਦੇ ਤੇ ਨਾ ਆਉਣ ਦੇ ਵੱਖਰੇ ਵੱਖਰੇ ਨਿਯਮ ਨੇ। ਮੈਂ ਕੋਸ਼ਿਸ਼ ਕਰਾਂਗਾ ਅਗਲੀ ਵਾਰ ਅਸੀਂ ਇਹੀ 4 ਸ਼ਬਦ ਲੈ ਲਾਂਗੇ, ਜਿਸ, ਇਸ, ਤਿਸ, ਕਿਸ ਨੂੰ। ਤੇ ਇਦਾਂ ਹੀ ਤੁਧ, ਤੱਦੇ ਨੂੰ ਔਂਕੜ। ਯਾਦ ਰੱਖਿਓ, ਤੁਧ ਉਕਾਰਾਂਤ ਸ਼ਬਦ ਹੈ, ਉਹਨੇ ਹਮੇਸ਼ਾ ਔਂਕੜ ਨਾਲ ਹੀ ਆਉਣਾ ਹੈ। ਸਿਰਫ ਉੱਥੇ ਔਂਕੜ ਨਹੀਂ ਆਉਂਦੀ ਜਿੱਥੇ ਅਵਯ ਹੀ ਆ ਜਾਂਦਾ ਵੈ, ਉੱਥੇ ਉਹ ਅਕਾਰਾਂਤ ਆ ਜਾਂਦਾ ਵੈ। ਜਿੱਥੇ ਤੁਧ ਨੂੰ ਹੈ ਉੱਥੇ ਨੋ ਇਹਨਾਂ ਨੇ ਛਾਪੇ ਵਾਲੀਆਂ ਬੀੜਾਂ ਚ ਅਲੱਗ ਕੀਤਾ ਹੋਇਆ, ਪਰ ਇੱਕ ਇਕੱਠਾ ਸ਼ਬਦ ਚਾਹੀਦਾ ਤੁਧ ਨੂੰ। ਸਿਰਫ ਇੱਕ ਜਗ੍ਹਾ ਤੁਧ ਨੂੰ ਔਂਕੜ ਨਹੀਂ ਆਉਂਦੀ, ਜਿਹਦੀ ਸੇਧ ਪ੍ਰਾਚੀਨ ਹੱਥ ਬੀੜਾਂ ਤੋਂ ਲੈਣੀ ਪਏਗੀ। ਠੀਕ ਹੈ ਜੀ।
इस करके मैं नाल नाल ये भी दस दियां, इस जिस तिस किस हो गया ਜਾਂ ਜਿਤ ਤਿਤ ਹੋ ਗਿਆ, ਇਹਨਾਂ ਸ਼ਬਦਾਂ ਦੀ ਔਂਕੜ ਦੇ ਵੱਖਰੇ ਨਿਯਮ ਨੇ। ਅਸੀਂ ਇੱਕ ਵਚਨ ਪੁਲਿੰਗ ਨਾਉਂ ਦੀ ਗੱਲ ਕਰ ਰਹੇ ਹਾਂ, ਆਹ ਧਿਆਨ ਰੱਖਿਓ, ਇੱਕ ਵਚਨ ਪੁਲਿੰਗ ਨਾਉਂ ਦੀ ਅਸੀਂ ਗੱਲ ਕਰ ਰਹੇ ਹਾਂ, ਸਿੰਗੂਲਰ ਮੈਸਕੂਲਨ ਦੀ ਅਸੀਂ ਗੱਲ ਕਰ ਰਹੇ ਹਾਂ। ਠੀਕ ਹੈ ਜੀ। ਇੱਥੇ ਮਨ ਸਿੰਗੂਲਰ ਮੈਸਕੂਲਨ ਹੈਗਾ, ਮਨ ਵਿੱਚ ਲੋਹਾ, ਮਨ ਕੀ ਹੈ? ਵਿੱਚ ਲੋਹਾ, ਆਰਣ ਦੇ ਵਿੱਚ ਲੋਹਾ, ਆਰਣ ਦੇ ਵਿੱਚ ਲੋਹਾ। ਹਾਂਜੀ, ਅਗਲੀ ਤੁਕ ਦੇਖੋ ਜੀ, ਅਗਲੇ ਚੈਪਟਰ ਚ ਆ ਜਾਓ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਦੁੱਖ ਦੇ ਵਿੱਚ ਤੇਲ ਪਾ ਦੇ, ਦੁੱਖ ਵਿੱਚ, ਦੁੱਖ ਤੇ ਕੋਈ ਫਿਜ਼ੀਕਲੀ ਚੀਜ਼ ਨਹੀਂ ਹੈ ਜਿਹਦੇ ਚ ਅਸੀਂ ਤੇਲ ਪਾ ਦਈਏ, ਤੇ ਵਿੱਚ ਨੇ ਦੁੱਖ ਦੀ ਔਂਕੜ ਚੋਰੀ ਵੀ ਨਹੀਂ ਕੀਤੀ। ਇਹਦਾ ਮਤਲਬ ਦੁੱਖ ਅਲੱਗ ਚੀਜ਼ ਹੈ, ਵਿੱਚ ਅਲੱਗ ਚੀਜ਼ ਹੈ। ਦੀਵਾ ਮੇਰਾ ਏਕ ਨਾਮ, ਦੁੱਖ ਇੱਥੇ ਰੁਕਣਾ ਪਏਗਾ, ਕੌਮਾ ਲਗਾਉਣਾ ਪਏਗਾ, ਦੁੱਖ, ਕਿਉਂਕਿ ਵਿੱਚ ਦਾ ਦੁੱਖ ਨਾਲ ਸੰਬੰਧ ਨਹੀਂ ਹੈ। ਦੁੱਖ ਤੇ ਖੱਖੇ ਨੂੰ ਔਂਕੜ ਆਲਰੇਡੀ ਹੈ, ਵਿੱਚ ਨੇ ਦੁੱਖ ਦੀ ਚੋਰੀ ਨਹੀਂ ਕੀਤੀ। ਇਹਦਾ ਮਤਲਬ ਵਿੱਚ ਦਾ ਦੁੱਖ ਨਾਲ ਕੋਈ ਸੰਬੰਧ ਨਹੀਂ ਹੈ, ਇਸ ਸੰਬੰਧਕ ਦਾ ਦੁੱਖ ਨਾਲ ਸੰਬੰਧ ਨਹੀਂ ਹੈ। ਇਸ ਕਰਕੇ ਦੁੱਖ ਤੋਂ ਬਾਅਦ ਲਗਾ ਦਿਓ ਕੌਮਾ, ਵਿੱਚ ਨੂੰ ਕਰ ਦਿਓ ਪਰੇ। ਤੇਲ ਕਿਹਦੇ ਚ ਪਾਣਾ ਹੈ? ਦੁੱਖ ਵਿੱਚ ਪਾਣਾ ਹੈ ਕਿ ਦੀਵੇ ਚ ਪਾਣਾ ਹੈ? ਤੇਲ ਪਾਣਾ ਦੀਵੇ ਵਿੱਚ। ਹਾਂਜੀ, ਦੀਵਾ ਕਿਹੜਾ ਹੈ? ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਮੈਂ ਦੀਵੇ ਵਿੱਚ ਤੇਲ ਪਾਇਆ। ਕਿਹੜਾ? ਦੁੱਖ, ਦੁੱਖ ਰੂਪੀ ਤੇਲ ਮੈਂ ਦੀਵੇ ਵਿੱਚ ਪਾਇਆ। ਵਿੱਚ ਦਾ ਸੰਬੰਧ ਦੀਵੇ ਨਾਲ ਹੈ, ਦੀਵੇ ਵਿੱਚ ਪਾਇਆ, ਨਾ ਕਿ ਦੁੱਖ ਵਿੱਚ ਪਾਇਆ। ਇਸ ਕਰਕੇ ਵਿੱਚ ਤੋਂ ਪਹਿਲਾਂ ਦੁੱਖ ਦੇ ਖੱਕੇ ਦੀ ਔਂਕੜ ਨਹੀਂ ਲੱਤੀ, ਕਿਉਂਕਿ ਵਿੱਚ ਦਾ ਦੁੱਖ ਨਾਲ ਕੋਈ ਸੰਬੰਧ ਨਹੀਂ ਹੈ। ਚੋਰ ਹੈ ਪਰ ਇਹਨੇ ਚੋਰੀ ਨਹੀਂ ਕੀਤੀ, ਇਸ ਕਰਕੇ ਮੈਨੂੰ ਚੋਰ ਨਹੀਂ ਮੰਨਾਂਗਾ, ਇਹਨੇ ਮੇਰੀ ਚੋਰੀ, ਦੁੱਖ ਦੀ ਚੋਰੀ ਨਹੀਂ ਕੀਤੀ ਹੈਗੀ। ਦੁੱਖ ਵਿੱਚ ਪਾਇਆ ਤੇਲ, ਦੀਵੇ ਵਿੱਚ ਤੇਲ ਪਾਇਆ, ਦੁੱਖ ਰੂਪੀ। ਹਾਂਜੀ, ਅਗਲਾ ਪ੍ਰਮਾਣ ਦੇਖੋ ਜੀ। ਫਿਰ ਨਜੀਕ ਨਾ ਬੁਝੈ ਬਪੜੀ, ਸਤਿਗੁਰ ਦੀਆ ਦਿਖਾਈ। ਫਿਰ ਨਜੀਕ ਮੈਨੇ ਨੇੜੇ, ਪਤੀ ਨੇੜੇ ਨਾ ਬੁਝੈ, ਗੱਲ ਬਣਦੀ ਨਹੀਂ, ਪਤੀ ਨੇੜੇ ਨਾ ਬੁਝੈ ਵਿਚਾਰੀ, ਸਤਿਗੁਰ ਦੀਆ ਦਿਖਾਈ। ਹੁਣ ਇੱਥੇ ਨਜੀਕ ਨੇ ਫਿਰ ਦੀ ਔਂਕੜ ਚੋਰੀ ਨਹੀਂ ਕੀਤੀ, ਅਸੀਂ ਫਿਰ ਨੇੜੇ ਕਿਵੇਂ ਅਰਥ ਕਰ ਦੇਵਾਂਗੇ? ਕਿਉਂਕਿ ਨੇੜੇ ਦਾ ਸੰਬੰਧ ਫਿਰ ਨਾਲ ਨਹੀਂ ਹੈ। ਫਿਰ ਮੈਨੇ ਪਤੀ, ਪ੍ਰਭੂ, ਅਕਾਲ ਪੁਰਖ, ਰੱਬ। ਨਜੀਕ ਦਾ ਸੰਬੰਧ ਫਿਰ ਨਾਲ ਨਹੀਂ, ਕਿਉਂਕਿ ਫਿਰ ਦੇ ਰਾਰੇ ਦੀ ਔਂਕੜ ਲੱਗੀ ਹੋਈ ਹੈ। ਫਿਰ ਇੱਥੇ ਕੌਮਾ ਲਗਾ ਕੇ ਅਲੱਗ ਕਰਨਾ ਪਏਗਾ, ਇਹਨੂੰ ਪਰੇ ਕਰਨਾ ਪਏਗਾ, ਕਿਉਂਕਿ ਨਜੀਕ ਦਾ ਸੰਬੰਧ ਫਿਰ ਨਾਲ ਨਹੀਂ ਹੈ। ਜੇ ਸੰਬੰਧ ਹੁੰਦਾ ਤੇ ਨਜੀਕ ਨੇ ਫਿਰ ਦੇ ਰਾਰੇ ਦੀ ਔਂਕੜ ਖਾ ਜਾਣੀ ਸੀ, ਚੋਰੀ ਕਰ ਲੈਣੀ ਸੀ। ਨਹੀਂ ਕੀਤੀ, ਦਾ ਮਤਲਬ ਇਹਦਾ ਸੰਬੰਧ ਨਹੀਂ ਹੈ, ਉਹਦਾ ਸਮਾਨ ਉਹਦੇ ਕੋਲ ਪਿਆ ਹੋਇਆ, ਫਿਰ ਕੋਲ ਉਹਦੀ ਔਂਕੜ ਪਈ ਹੋਈ ਹੈ। ਫਿਰ ਇੱਥੇ ਰੁਕ ਜਾਣਾ। ਨਜੀਕ ਨਾ ਬੁਝੈ ਬਪੜੀ, ਇੱਥੇ ਬਪੜੀ ਦਾ ਸੰਬੰਧ ਨਜੀਕ ਨਾਲ ਹੈ, ਵਿਚਾਰੀ ਨੇੜੇ ਸਮਝਦੀ ਨਹੀਂ ਹੈ। ਤੇ ਅੱਗੋਂ ਕੀ ਹੋਇਆ? ਸਤਿਗੁਰ ਦੀਆ ਦਿਖਾਈ, ਫਿਰ ਦਾ ਸੰਬੰਧ ਸਤਿਗੁਰ ਨਾਲ ਹੈ। ਫਿਰ ਸਤਿਗੁਰ ਦੀਆ ਦਿਖਾਈ, ਏਦਾਂ ਅਰਥ ਕਰਨੇ ਪੈਣਗੇ। ਸਤਿਗੁਰੂ ਨੇ ਫਿਰ ਦਿਖਾ ਦਿੱਤਾ, ਸਤਿਗੁਰੂ ਨੇ ਪਤੀ ਦਿਖਾ ਦਿੱਤਾ, ਏਦਾਂ ਅਰਥ ਬਣਨਗੇ। ਬਪੜੀ ਵਿਚਾਰੀ ਨੇੜੇ ਨਹੀਂ ਸਮਝਦੀ ਸੀ ਵੀ ਕਿੱਥੇ ਗਿਆ, ਤੇ ਗੁਰੂ ਨੇ ਕੀ ਕੀਤਾ? ਗੁਰੂ ਨੇ ਪਤੀ ਦਿਖਾ ਦਿੱਤਾ। ਫਿਰ ਦਾ ਸੰਬੰਧ ਸਤਿਗੁਰੂ ਨਾਲ ਆ ਗਿਆ, ਨਜੀਕ ਦਾ ਸੰਬੰਧ ਫਿਰ ਨਾਲ ਨਹੀਂ ਹੈ। ਫਿਰ ਉਹ ਪਤੀ ਨਜੀਕ ਨਾ ਬੁਝੈ ਬਪੜੀ, ਵਿਚਾਰੀ ਨੇੜੇ ਨਹੀਂ ਸਮਝਦੀ, ਉਹ ਵਾਲਾ ਪਤੀ ਸਤਿਗੁਰ ਦੀਆ ਦਿਖਾਈ, ਸਤਿਗੁਰੂ ਨੇ ਉਹ ਪਤੀ ਦਿਖਾ ਦਿੱਤਾ। ਹੁਣ ਮੈਂ ਇੱਕ ਇੱਥੇ ਸਵਾਲ ਪਾਣਾ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਟਾਈਮ ਵੀ ਹੋ ਗਿਆ, ਮੈਂ ਸਮਾਪਤੀ ਕਰਦਿਆਂ ਜੀ। ਸਿਰਫ ਇੱਕ ਸਵਾਲ ਪਾ ਕੇ ਮੈਂ ਛੱਡ ਦੇਣਾ। ਜੇ ਤੁਹਾਨੂੰ ਵਾਕਈ ਸਮਝ ਆ ਗਈ ਹੋਈ ਤੇ ਤੁਸੀਂ ਇਹਦਾ ਜਵਾਬ ਜ਼ਰੂਰ ਦਿਓਗੇ। ਮੈਂ ਨਹੀਂ ਕਹਿੰਦਾ ਵੀ ਮੈਨੂੰ ਦਿਓ, ਸਿਰਫ ਆਪਣੇ ਆਪ ਨੂੰ ਦਿਓ ਵੀ ਅਸੀਂ ਕਿੱਥੇ ਖੜੇ ਹਾਂ, ਸਾਨੂੰ 3 ਨਿਯਮ ਸਮਝ ਆਏ ਕਿ ਨਹੀਂ ਆਏ। ਉਹ ਕੀ ਹੈ ਸਵਾਲ? ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅੰਤਲਾ ਸਮਾਂ ਸਰੀਰਕ ਰੂਪ ਚ ਆਇਆ, ਤੇ ਇੱਕ ਬਾਬਾ ਸੁੰਦਰ ਜੀ ਨੇ ਲਿਖੀ ਸੀਗੀ ਬਾਣੀ ਸੱਧ। ਇਹ ਸੀਗੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੜ ਪੋਤਰੇ, ਗੁਰੂ ਅਮਰਦਾਸ ਪਾਤਸ਼ਾਹ ਦੇ ਪੁੱਤਰ ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ ਦੇ ਪੁੱਤਰ ਬਾਬਾ ਸੁੰਦਰ ਜੀ। ਜਿੱਥੇ ਉਹਨਾਂ ਨੇ ਕਿਹਾ ਨਾ ਮੋਹਰੀ ਪੁੱਤ ਸਨਮੁਖ ਹੋਇਆ, ਉੱਥੇ ਮੋਹਰੀ ਪੁੱਤ ਬਾਬਾ ਸੁੰਦਰ ਜੀ ਨੇ ਆਪਣੇ ਦਾਦੇ ਨੂੰ ਕਿਹਾ ਵੈ, ਮੇਰਾ ਦਾਦਾ ਸਨਮੁਖ ਹੋਇਆ। ਤੇ ਸਨਮੁਖ ਹੋਣਾ ਇੱਕ ਪਦਵੀ ਸੀ, ਇੱਕ ਰੁਤਬਾ ਸੀ, ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਕੋ ਕਹਿ ਕੇ ਗਏ ਸੀ। ਇਸ ਕਰਕੇ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਵਾਲੀ ਪਦਵੀ ਵਰਤੀ। ਜੇ ਕੋ ਸਿੱਖ ਗੁਰਸਿੱਖੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ। ਜਿਉ ਮੈਨੇ ਜਿੰਦ ਤੋਂ, ਇੱਥੇ ਨਾਸਕੀ ਉਚਾਰ। ਗੁਰ ਕੈ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੇ ਕੋਈ। ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਕੁਛ ਨਾ ਜਾਣੇ, ਉਹ ਹੈ।
ਗੁਰਬਿਨ ਅਵਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਇਹ ਨਹੀਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਜਾ ਕੇ ਬਹਿ ਕੇ ਅਸੀਂ ਸਨਮੁਖ ਹੋ ਗਿਆ, ਨਹੀਂ ਨਹੀਂ, ਜਿਹੜਾ ਜਿੰਦ ਕਰਕੇ ਸਾਹਮਣੇ ਹੈ ਨਾ, ਜਿਉ, ਉਹ ਹੈ ਸਨਮੁਖ। ਤੇ ਉਹ ਹੈ ਬਾਬਾ ਮੋਹਰੀ ਜੀ, ਬਾਬਾ ਸੁੰਦਰ ਦੇ ਦਾਦਾ ਜੀ। ਹੁਣ ਵਿਰੋਧੀਆਂ ਨੇ ਇੱਕ ਕਹਾਣੀ ਕੱਢ ਲਈ ਕਿ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਦਾ ਅੰਤਲਾ ਸਮਾਂ ਸੀ ਨਾ, ਤੇ ਉਹਨਾਂ ਦੇ ਬਚਪਨ ਦਾ ਪੁਰਾਣਾ ਮਿੱਤਰ ਸੀ ਕੇਸੋ ਗੋਪਾਲ, ਪੰਡਤ ਸੀ ਉਹ। ਤੇ ਗੁਰੂ ਸਾਹਿਬ ਨੇ ਆਪਣੇ ਸਰੀਰਕ ਪਿਆਨੇ ਦੇ ਸਮੇਂ ਨਾ ਫਿਰ ਸਿੱਖਾਂ ਨੂੰ ਹੁਕਮ ਕੀਤਾ ਵੀ ਜਦੋਂ ਅਸੀਂ ਪੂਰੇ ਹੋ ਜਾਵਾਂਗੇ ਨਾ, ਸਰੀਰਕ ਤੌਰ ਤੇ ਸਰੀਰਕ ਜਾਮਾ ਛੱਡ ਜਾਵਾਂਗੇ, ਤੁਸੀਂ ਮੇਰੇ ਮਿੱਤਰ ਕੇਸੋ ਗੋਪਾਲ ਨੂੰ ਬੁਲਾ ਕੇ ਲਿਆਇਓ, ਪੰਡਤ ਹੈ ਉਹ, ਆ ਕੇ ਫਿਰ ਗਰੁੜ ਦੀ ਕਥਾ ਕਰੇ, ਗਰੁੜ ਪੁਰਾਣ ਦੀ। ਅਸੀਂ ਇਸ ਕਹਾਣੀ ਨੂੰ ਮੰਨ ਲਿਆ। ਕਿਉਂ? ਕਿਉਂਕਿ ਸਾਨੂੰ ਪਤਾ ਨਹੀਂ ਸੀ ਵੀ ਇੱਕ ਔਂਕੜ ਸਾਨੂੰ ਕਰਮ ਕਾਂਡਾਂ ਤੋਂ ਬਚਾਉਂਦੀ ਹੈ। ਇੱਕ ਇੱਥੇ ਔਂਕੜ ਨਾ ਹੁੰਦੀ ਤੇ ਅੱਜ ਸਾਰਿਆਂ ਗੁਰਦੁਆਰਿਆਂ 'ਚ ਗਰੁੜ ਪੁਰਾਣ ਦੇ ਪਾਠ ਹੋਣੇ ਸੀਗੇ। ਪਰ ਸਿਰਫ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਲਾਈ ਹੋਈ ਇਸ ਔਂਕੜ, ਜਿਹਨੂੰ ਸਾਨੂੰ ਸਮਝ ਨਹੀਂ ਅੱਜ, ਉਸ ਔਂਕੜ ਨੇ ਗੁਰਦੁਆਰਿਆਂ ਵਿੱਚ ਗਰੁੜ ਪੁਰਾਣਾਂ ਦੀਆਂ ਪਾਠਾਂ ਦੇ ਭੋਗ ਪਵਾ ਕੇ ਰੱਖ ਦਿੱਤੇ। ਭਾਵ ਉੱਥੇ ਗੁਰਦੁਆਰੇ 'ਚ ਗਰੁੜ ਪੁਰਾਣ ਦੇ ਪਾਠ ਨਹੀਂ ਹੋ ਸਕਦੇ। ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਉਹਨਾਂ ਨੇ ਇਹਦੇ ਅਰਥ ਕੀਤੇ ਵੀ ਕੇਸੋ ਗੋਪਾਲ ਨਾਂ ਦੇ ਪੰਡਿਤ ਨੂੰ ਬੁਲਾਇਓ। ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਨੇ ਉਹ ਕੀ ਕਰੇ? ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਉਹ ਆ ਕੇ ਗਰੁੜ ਪੁਰਾਣ ਦੀ ਕਥਾ ਕਰੇ। ਹੁਣ ਮੈਂ ਆਹ ਸਵਾਲ ਤੁਹਾਨੂੰ ਛੱਡ ਰਿਹਾ ਵਾਂ ਅੱਜ ਦੀ ਕਲਾਸ ਦੇ ਵਿੱਚ ਕਿ ਵੈਸੇ ਤੇ ਇਸ ਤੋਂ ਅੱਗੇ 6ਵਾਂ ਅਧਿਆਇ ਵੀ ਹੈ, 6ਵਾਂ ਭਾਗ ਵੀ ਇਸ 12ਵੇਂ ਅਧਿਆਇ ਦਾ, 7ਵਾਂ ਭਾਗ ਵੀ, ਪਰ ਮੈਂ ਇੱਥੇ ਡਿਸਪਲੇ ਨਹੀਂ ਕਰਾਂਗਾ। ਉਹਦੇ ਵਿੱਚ ਮੈਂ 7 ਦਲੀਲਾਂ ਦਿੱਤੀਆਂ ਨੇ ਇਸ ਕਹਾਣੀ ਨੂੰ ਰੱਦ ਕਰਨ ਲਈ, ਝੂਠਾ ਸਾਬਤ ਕਰਨ ਲਈ। ਹੁਣ ਤੁਹਾਡੇ ਅੱਗੇ ਮੈਂ ਸਵਾਲ ਛੱਡ ਦਿੱਤਾ ਕਿ ਤੁਸੀਂ ਕਿਹੜੀਆਂ ਗੁਰਬਾਣੀ ਦੇ ਵਿਆਕਰਨ ਵਿੱਚੋਂ ਕਿਹੜੀਆਂ ਦਲੀਲਾਂ ਦਿਓਗੇ ਜਿਹਦੇ ਨਾਲ ਉੱਪਰ ਵਾਲੀ ਕਹਾਣੀ ਝੂਠੀ ਸਾਬਤ ਹੋਵੇ। ਸਿਰਫ ਇਸ ਇੱਕ ਤੁਕ, ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਇਸ ਤੁਕ ਵਿੱਚ 7 ਦਲੀਲਾਂ ਨੇ ਜਿਹਦੇ ਨਾਲ ਅਸੀਂ ਰੱਦ ਕਰ ਸਕਦੇ ਹਾਂ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਸੇ ਕੇਸੋ ਗੋਪਾਲ ਪੰਡਿਤ ਨੂੰ ਬੁਲਾਉਣ ਵਾਸਤੇ ਨਹੀਂ ਹੁਕਮ ਕੀਤਾ। ਉਹ 7 ਦਲੀਲਾਂ ਚੋਂ ਘੱਟੋ ਘੱਟ 3 ਦਲੀਲਾਂ ਤੁਸੀਂ ਦੇ ਦਿਓਗੇ ਤੇ ਤੁਸੀਂ ਪਾਸ ਹੋ ਜਾਓਗੇ। ਤੇ ਬਸ ਅੱਜ ਦਾ ਤੁਹਾਡਾ ਸਵਾਲ ਹੈਗਾ, ਆਪੋ ਆਪਣੇ ਮਨਾਂ ਨੂੰ ਜਵਾਬ ਦੇ ਦਿਓ ਜੀ। ਤੇ ਮੈਂ ਇੱਥੇ ਅੱਜ ਦਾ ਚੈਪਟਰ ਸਮਾਪਤ ਕਰਦਾ। ਜਿਸ ਕਿਸ ਤਿਸ ਉਸ ਵਗੈਰਾ ਦੀ ਵੀ ਮੈਂ ਆਉਣ ਵਾਲੇ ਸਮੇਂ ਵਿਚਾਰ ਰੱਖਣ ਦੀ ਕੋਸ਼ਿਸ਼ ਕਰਾਂਗਾ। ਜਿਵੇਂ ਬਹੁਤ ਜ਼ਿਆਦਾ ਹੁੰਦੇ ਨੇ ਤੇ ਇੱਧਰ ਵੀ ਸਮਾਂ ਕੱਢਣਾ ਜਿਹੜਾ ਥੋੜਾ ਮੁਸ਼ਕਲ ਹੋ ਜਾਂਦਾ ਹੈ, ਪਰ ਮੈਂ ਟਰਾਈ ਕਰਾਂਗਾ, ਮੈਂ ਸਮਾਂ ਕੱਢ ਸਕਾਂ, ਕੋਸ਼ਿਸ਼ ਕਰਾਂਗਾ। ਮੈਂ ਪ੍ਰੋਮਿਸ ਨਹੀਂ ਕਰਦਾ ਹੈਗਾ, ਜਦੋਂ ਟਾਈਮ ਹੋਏਗਾ ਮੈਂ ਜ਼ਰੂਰ ਹਾਜ਼ਰ ਹੋਵਾਂਗਾ। ਆਪ ਸਾਰਿਆਂ ਦਾ ਧੰਨਵਾਦ। ਸਰਦਾਰ ਰਾਜਾ ਸਿੰਘ ਜੀ ਦਾ, ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਦਾ, ਵੀਰ ਚਰਨਜੀਤ ਸਿੰਘ ਜੀ ਦਾ, MP ਸਿੰਘ ਜੀ ਦਾ, ਸਤਿਕਾਰਯੋਗ ਪ੍ਰਿੰਸੀਪਲ ਸੁੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਦਾ, ਜਿੰਨੇ ਵੀ ਚੋਟੀ ਦੀਆਂ ਸ਼ਖਸੀਅਤਾਂ ਇਸ ਕਲਾਸ ਦੇ ਵਿੱਚ ਹੁੰਦੀਆਂ ਨੇ, ਮੈਨੂੰ ਸਾਰਿਆਂ ਦੇ ਨਾਮ ਨਹੀਂ ਪਤਾ ਹੁੰਦੇ, ਪਰ ਮੈਂ ਹਾਜ਼ਰ ਹੋ ਜਾਂਦਾ ਆਪਣਾ ਲੈਸਨ ਲੈ ਕੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ। ਪ੍ਰਿੰਸੀਪਲ ਹਰਭਜਨ ਸਿੰਘ ਜੀ ਦਾ ਖਾਸ ਕਰਕੇ ਧੰਨਵਾਦ, ਜਿਨ੍ਹਾਂ ਨੇ ਏਡਾ ਵੱਡਾ ਪਲੇਟਫਾਰਮ ਜਿਹੜਾ ਦੁਨੀਆ ਦੇ ਸਾਹਮਣੇ ਰੱਖਿਆ। ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਮੇਰੇ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।